ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰਿ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਹੰ ਬੀਜ ਮਮਤਾ ਸਿਫਾ। ਰਾਗ ਦਵੈਖ ਬਡ ਟਾਸ। ਜਗ ਦਲ ਦੁਖ ਸੁਖ ਫਲ ਲੱਗੇ। ਗੁਰ ਭਜ ਹੋਏ ਬਿਨਾਸ। ਅਹੰ ਬੀਜ ਮਮਤਾ ਸਿਫਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀਓ। ਆਪ ਜੀ ਬਹੁਤ ਹੀ ਕਰਮਾਂ ਵਾਲੇ ਹੋ ਜੋ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੀ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕੀ ਤੁਰਕੀ ਬਾਣੀ ਸਰਵਣ ਕਰਕੇ ਲਾਹਾ ਲਿਆ ਹੈ। ਇਸ ਤੋਂ ਬਾਅਦ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਜੋ ਆਪਾਂ ਸਰਵਣ ਕਰਦੇ ਆ ਰਹੇ ਹਾਂ, ਉਹ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਅੱਜ ਦਾ ਪ੍ਰਸੰਗ ਮਿਲਾ ਕੇ 3 ਕੁ ਪ੍ਰਸੰਗ ਸਾਰੇ ਸਮਾਪਤੀ ਤੱਕ ਦੇ ਰਹਿ ਗਏ ਹੈ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਲੜੀਵਾਰ ਕਥਾ ਜੋ ਕਿ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਸੂਖਮ ਬਿਰਤੀ ਨਾਲ ਸੂਖਮ ਬੁੱਧੀ ਨਾਲ ਕਾਵਿ ਦੇ ਨਿਯਮਾਂ ਵਿੱਚ ਛੰਦਾਬੰਦੀ ਕਰਕੇ ਲਿਖੀ ਹੈ। ਜਿਸ ਦਾ ਗ੍ਰੰਥ ਦਾ ਨਾਮ ਸ੍ਰੀ ਗੁਰੂ ਨਾਨਕ ਪ੍ਰਕਾਸ਼ ਰੱਖਿਆ, ਉਸ ਨੂੰ ਆਪਾਂ ਲੜੀਵਾਰ ਰੂਪ ਵਿੱਚ ਸਰਵਣ ਕਰਦੇ ਆ ਰਹੇ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਜੀ
ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਮਹਾਰਾਜ ਜੀ ਨੇ ਆਰੰਭ ਕਰ ਦਿੱਤੀਆਂ ਹੈ। ਬਹੁਤ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਆ ਰਹੀ ਹੈ ਦਰਸ਼ਨਾਂ ਵਾਸਤੇ। ਗੁਰੂ ਸਾਹਿਬ ਜੀ ਨੇ ਅੱਸੂ ਵਧੀ ਸਪਤਮੀ ਵਾਲਾ ਦਿਨ ਨਿਯਤ ਕਰ ਲਿਆ ਤੇ ਆਪਣੇ ਸੁਪੁੱਤਰ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਜੀ ਨੂੰ ਭਾਈ ਸਧਾਰਨ ਨੂੰ ਭੇਜ ਕੇ ਬੁਲਵਾਇਆ ਵੀ ਉਹਨਾਂ ਨੂੰ ਬੁਲਾ ਕੇ ਲਿਆਓ। ਗੁਰੂ ਕੇ ਸਾਹਿਬਜ਼ਾਦੇ ਭਾਈ ਸਧਾਰਨ ਪਾਸੋਂ ਸੁਣ ਕੇ ਕੋਈ ਗੌਰ ਨਹੀਂ ਕੀਤੀ ਹੈ, ਕੋਈ ਬਚਨ ਮੰਨੇ ਨਹੀਂ ਹੈ, ਸਗੋਂ ਅੱਗੋਂ ਕਹਿੰਦੇ ਹੈ ਵੀ ਗੁਰੂ ਮਹਾਰਾਜ ਤੇ ਆਰਾਮ ਨਾਲ ਆਨੰਦ ਵਿੱਚ ਬੈਠੇ ਹੋਏ ਹੈ, ਵੀ ਇਸ ਤਰ੍ਹਾਂ ਉਹ ਅਚਨਚੇਤ ਕਿਵੇਂ ਸਰੀਰ ਜਿਹੜਾ ਛੱਡ ਕੇ ਸੱਚਖੰਡ ਪਿਆਨਾ ਕਰ ਸਕਦੇ ਹੈ। ਭਾਈ ਸਧਾਰਨ ਸਾਨੂੰ ਤੇਰੇ ਵਚਨਾਂ 'ਤੇ ਪ੍ਰਤੀਤ ਭਰੋਸਾ ਨਹੀਂ ਆਉਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਸਧਾਰਨ ਜੀ ਨੇ ਉਸੇ ਤਰ੍ਹਾਂ ਜਾ ਦੱਸਿਆ। ਮਹਾਰਾਜ ਇਵੇਂ ਕਹਿੰਦੇ, ਬਾਬਾ ਸ਼੍ਰੀ ਚੰਦ ਹੁਣੀ ਗੁਰੂ ਮਹਾਰਾਜ ਜੀ ਨੇ ਤੇ ਸਾਰੀ ਤਿਆਰੀ ਕਰਵਾ ਲਈ ਹੈ। ਇੱਧਰ ਮਾਤਾ ਸੁਲੱਖਣੀ ਜੀ ਨੂੰ ਇਹ ਗੱਲ ਦਾ ਪਤਾ ਲੱਗਾ ਕਿ ਸੁਪੁੱਤਰਾਂ ਨੇ ਮਹਾਰਾਜ ਦਾ ਬਚਨ ਨਹੀਂ ਮੰਨਿਆ ਹੈ ਤੇ ਗੁਰੂ ਮਹਾਰਾਜ ਸੁਆਮੀ ਪਤੀ ਜੀ ਦੇ ਰਾਤ ਦੇ ਜੋਤੀ ਜੋਤ ਸਮਾਉਣ ਵਿੱਚ ਲੱਗੇ ਹੈ, ਉਹਦੇ ਤਿਆਰੀ ਵਿੱਚ ਹਨ। ਫਿਰ ਬੜੀ ਛੇਤੀ ਨਾਲ ਹੀ ਉੱਥੇ ਆਏ ਜਿੱਥੇ ਮਹਾਰਾਜ ਨੇ ਸਭ ਤਿਆਰੀ ਕੀਤੀ ਹੋਈ ਸੀ। ਮਾਤਾ ਜੀ ਨੂੰ ਜਦੋਂ ਆ ਕੇ ਵੇਖਿਆ ਸੰਗਤ ਦੀ ਬੜੀ ਭੀੜ ਲੱਗੀ ਹੋਈ ਹੈ, ਦੇਖ ਕੇ ਮਾਤਾ ਜੀ ਨੇ ਨੇਤਰ ਵਿੱਚ ਜਲ ਜਾ ਭਰ ਲਿਆਂਦਾ ਹੈ ਤੇ ਵਿਰਾਗ ਕੀਤਾ ਹੈ। ਬੜੇ ਦੀਨ ਮਾਣੇ ਜਿਹੇ ਹੋ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਮੱਥਾ ਟੇਕਿਆ, ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਨੂੰ ਵੀ ਮਹਾਰਾਜ ਆਪ ਜੀ ਇਸ ਤਰ੍ਹਾਂ ਅਜੇ ਨਾ ਜਾਓ, ਕਿਉਂਕਿ ਕੱਲ੍ਹ ਦੇ ਦਿਨ ਆਪ ਜੀ ਦੇ ਪਿਤਾ ਜੀ ਦੇ ਸਰਾਧ ਹਨ। ਉਹ ਜਿਵੇਂ ਕਬੀਰ ਪੰਥੀਆਂ ਨੇ, ਹੰਧਾਲੀਆਂ ਨੇ ਇਹ ਪ੍ਰਸੰਗ ਆਪਣੇ ਕੋਲੋਂ ਅਖੇਪ ਕੇ ਲਿਖਿਆ ਹੈ। ਕਵੀ ਸਾਹਿਬ ਜੀ ਨੇ ਵੀ ਉਸੇ ਤਰ੍ਹਾਂ ਜਿਹੜਾ ਲਿਖ ਦਿੱਤਾ ਹੈ ਕਿ ਸਰਾਧ ਕਰਕੇ ਮਹਾਰਾਜ ਜੀ ਜਿਹੜੇ ਹੈ ਐਵੇਂ ਰੁਕ ਗਏ ਜੋਤੀ ਜੋ ਸਮਾਉਣ ਤੋਂ। ਨਹੀਂ, ਇਹ ਤਾਂ ਸੱਚੇ ਪਾਤਸ਼ਾਹ ਜੀ ਦੀ ਆਪਣੀ ਮੌਜ ਹੀ ਸੀ। ਗੁਰੂ ਸਾਹਿਬ ਜੀ ਨੇ ਸਮਸ਼ਟੀ ਭੰਡਾਰਾ ਕਰਵਾਇਆ ਸੀ, ਸਗੋਂ ਮਾਤਾ ਜੀ ਦੇ ਬਚਨ ਕਰਨੇ ਕਰਕੇ ਰੁਕੇ ਸਨ, ਨਾ ਕਿ ਸਰਾਧਾਂ ਕਰਕੇ। ਸੱਚੇ ਪਾਤਸ਼ਾਹ ਜੀ ਨੇ ਤੇ ਆਪ ਪਿਤਾ ਜੀ ਨੂੰ ਸਰਾਧ ਕਰਦਿਆਂ ਰੋਕਿਆ ਸੀ ਤੇ ਕਿਹਾ ਸੀ ਵੀ ਆਪ ਜੀ ਨੂੰ ਪਿਤਾ ਜੀ ਕੋਈ ਜ਼ਰੂਰਤ ਨਹੀਂ ਸਰਾਧ ਕਰਾਉਣ ਦੀ, ਕਿਉਂਕਿ ਤੁਹਾਡੇ ਪਿੱਤਰ ਤੇ ਉੱਥੇ ਚਲੇ ਗਏ ਹੈ ਜਿੱਥੇ ਕੋਈ ਭੁੱਖ ਪਿਆਸ ਨੀਂਦ ਨਹੀਂ ਹੈ, ਖੁਸ਼ੀ ਖੇੜਾ ਆਨੰਦ ਹੈ, ਸਭ ਪਦਾਰਥ ਹੈ। ਉਹਨਾਂ ਨੂੰ ਸਰਾਧ ਕਰਾਉਣ ਦੀ ਜ਼ਰੂਰਤ ਨਹੀਂ ਹੈ। ਸਰਾਧ ਤੇ ਉਹ ਕਰਾਉਣ ਜਿਨ੍ਹਾਂ ਦੇ ਪਿੱਤਰਾਂ ਨੂੰ ਕੁਝ ਨਹੀਂ ਮਿਲ ਰਿਹਾ। ਫਿਰ ਪਿਤਾ ਜੀ ਕਹਿੰਦੇ ਇਸ ਤਰ੍ਹਾਂ ਨਹੀਂ ਮੈਂ ਮੰਨਦਾ ਹਾਂ, ਜੇ ਤੁਸੀਂ ਦਿਖਾਓ ਤਾਂ ਮੈਂ ਮੰਨਾਂ। ਗੁਰੂ ਸਾਹਿਬ ਜੀ ਨੇਤਰ ਬੰਦ ਕਰਾ ਕੇ ਸਾਰਾ ਕੁਝ ਦਿਖਾਇਆ ਸੀ। ਅਗਲੇ ਪਾਸੇ ਬੈਕੁੰਠ ਵਿੱਚ ਸਾਰੇ ਪਿੱਤਰ ਬਜ਼ੁਰਗਾਂ ਨੂੰ ਦੇਖ ਕੇ ਉਹਨਾਂ ਵੀ ਬੜੀ ਜੈ ਜੈਕਾਰ ਕੀਤੀ ਪਿਤਾ ਕਲਿਆਣ ਚੰਦ ਜੀ ਦੀ। ਫਿਰ ਇਹਨਾਂ ਦੇ ਵਾਪਸ ਆਉਣ ਨੂੰ ਦਿਲ ਨਹੀਂ ਸੀ ਕਰਦਾ। ਮਹਾਰਾਜ ਜੀ ਨੇ ਹਲੂਣਾ ਦਿੱਤਾ ਹੈ, ਉਹ ਬਿਰਤੀ ਖੁਲਾਈ ਹੈ ਤੇ ਇੱਕਦਮ ਹੀ ਚੇਤਨਤਾ ਆਈ ਹੈ ਤੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਹੱਥ ਜੋੜ ਕੇ ਕਿਹਾ, ਮਹਾਰਾਜ ਕਿਰਪਾ ਕਰੋ, ਹੁਣ ਮੈਨੂੰ ਵੀ ਉੱਥੇ ਹੀ ਪਹੁੰਚਾ ਦਿਓ ਸੱਚਖੰਡ ਹੀ। ਗੁਰੂ ਸਾਹਿਬ ਜੀ ਕਹਿੰਦੇ ਵੀ ਹੁਣ ਤੁਸੀਂ ਕੋਈ ਦਿਨ ਸਿਮਰਨ ਕਰੋ, ਥੋੜ੍ਹੇ ਦਿਨ ਹੀ ਬਾਕੀ ਹੈ, ਤੁਸੀਂ ਉੱਥੇ ਚਲੇ ਜਾਓਗੇ ਸੱਚਖੰਡ ਹੀ। ਫਿਰ ਐਵੇਂ ਪਿਤਾ ਕਲਿਆਣ ਚੰਦ ਜੀ ਵੀ ਕੁਝ ਦਿਨਾਂ ਬਾਅਦ ਸਰੀਰ ਛੱਡ ਕੇ ਸੱਚਖੰਡ ਚਲੇ ਗਏ ਸੀ। 15 ਦਿਨ ਬਾਅਦ ਮਾਤਾ ਤ੍ਰਿਪਤਾ ਜੀ ਵੀ, ਇਹ ਮਾਤਾ ਪਿਤਾ ਜੀ 1 ਮਹੀਨੇ ਦੇ ਵਿੱਚ ਦੋਨੋਂ ਹੀ ਚਲੇ ਗਏ ਸਨ, ਸੱਚਖੰਡ ਪਿਆਨਾ ਕਰ ਗਏ। ਮਗਰੋਂ ਜੋ ਕੁਝ ਵੀ ਹੈ ਅਸੀਂ ਗੁਰੂ ਸਾਹਿਬ ਨੇ ਦਾਨ ਵੀ ਕਰ ਦਿੱਤਾ ਸੀ। ਉਹਦੇ ਆਏ 6 ਵਿੱਚ ਆਇਆ ਹੀ ਹੈ। ਇਵੇਂ ਜੋ ਗੁਰੂ ਮਹਾਰਾਜ ਆਪ
ਰੋਕਣ ਜਿਸ ਕੰਮ ਤੋਂ, ਫਿਰ ਉਹ ਸੱਚੇ ਪਾਤਸ਼ਾਹ ਜੀ ਆਪਣੇ ਆਪ ਨੂੰ ਕਿਵੇਂ ਇਸ ਤਰ੍ਹਾਂ ਉਸ ਮਰਿਆਦਾ 'ਚ ਬੰਨ੍ਹ ਸਕਦੇ। ਇਹ ਅਖੇਪਕ ਪ੍ਰਸੰਗ ਜਿਵੇਂ ਉਹ ਨਿੰਦਕ ਹਿੰਦਾਲੀਆਂ ਕਬੀਰ ਪੰਥੀਆਂ ਨੇ ਮਿਲ ਜੁਲ ਕੇ ਪੁਰਾਤਨ ਜਨਮ ਸਾਖੀ ਵਿੱਚ ਆਪਣੇ ਵੱਲੋਂ ਅਖੇਪਕ ਲਿਖਿਆ। ਕਵੀ ਸਾਹਿਬ ਜੀ ਨੇ ਉਹਦੀ ਸੋਧ ਸੁਧਾਈ ਦੀ ਬਜਾਏ ਇੱਥੇ ਉਹਨਾਂ ਵੀ ਉਸੇ ਤਰ੍ਹਾਂ ਲਿਖ ਦਿੱਤਾ ਹੈ। ਭਾਈ ਮਣੀ ਸਿੰਘ ਜੀ ਦੀ ਪੁਰਾਤਨ ਜਨਮ ਸਾਖੀ, ਇਸੇ ਤਰ੍ਹਾਂ ਹੋਰ ਮਹਿਮਾ ਪ੍ਰਕਾਸ਼ ਆਦਿਕ ਵਿੱਚ ਪ੍ਰਸੰਗ ਇਵੇਂ ਨਹੀਂ ਆਇਆ। ਇਸ ਰਾਹ ਸਰੂਤ ਕਰਾਉਣ ਦੇ ਬਾਅਦ ਨਿਮਿੱਤ ਅਸਲ ਵਿੱਚ ਗੁਰੂ ਜੀ ਨੇ ਸਮਸ਼ਟੀ ਭੰਡਾਰਾ ਕੀਤਾ ਸੀ, ਜਿਸ ਭੰਡਾਰੇ ਵਿੱਚ ਬਹੁਤ ਸੰਗਤ, ਵਿਦਵਾਨ, ਬ੍ਰਹਮਚਾਰੀ, ਜਤੀ, ਤਪੀ ਸਾਰੇ ਆਏ ਸਨ। ਸਭ ਨੂੰ ਮਹਾਰਾਜ ਜਿਵੇਂ ਭੋਜਨ ਪ੍ਰਸ਼ਾਦਾ ਛਕਾਇਆ, ਗਰੀਬ ਗੁਰਬੇ ਨੂੰ, ਬੇਅੰਤ ਸੰਗਤ ਨੂੰ। ਫਿਰ ਅਸੂਵਦੀ ਦਸਵੀਂ ਨੂੰ ਜੋਤੀ ਜੋਤ ਸੱਚੇ ਪਾਤਸ਼ਾਹ ਸਮਾਏ ਸਨ। ਇਵੇਂ ਸਤਿਗੁਰੂ ਮਹਾਰਾਜ ਜਿਵੇਂ ਜੋਤੀ ਜੋ ਸਮਾਉਣ ਦੀਆਂ ਤਿਆਰੀਆਂ ਹੋ ਰਹੀਆਂ ਹੈ। ਅਤੇ ਜੋ ਗੁਰੂ ਸਤੋਤਰ ਸਭ ਦੇਵੀ ਦੇਵਤਿਆਂ ਨੇ ਆ ਕੇ ਮਹਾਰਾਜ ਦੀ ਉਸਤਤੀ ਵਿੱਚ ਗਾਇਆ, ਉਹ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਹੈ, ਆਓ ਆਪਾਂ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਹੰ ਬੀਜ ਮਮਤਾ ਸਿਫਾ। ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ। ਸਭ ਤੋਂ ਪਹਿਲਾਂ ਜੋ ਗੁਰੂ ਨਾਨਕ ਸਾਹਿਬ ਜੀ ਦਾ ਭਜਨ ਕਰਨਾ, ਨਾਮ ਜਪ ਕੇ ਸਿਮਰਨ ਕਰਨ ਦਾ ਜੋ ਮਹਾਤਮ ਫਲ ਹੈ, ਉਹ ਸਰੋਤਿਆਂ ਨੂੰ ਦੱਸ ਰਹੇ ਜਿਹੜੇ ਕਥਾ ਸੁਣਨ ਵਾਲੇ ਹੈ ਵੀ ਭਾਈ ਗੁਰੂ ਮਹਾਰਾਜ ਦੀ ਚਲੋ ਕਥਾ ਸੁਣ ਲਈ, ਇਹ ਚੰਗੀ ਗੱਲ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦੇ ਬਖਸ਼ੇ ਹੋਏ ਗੁਰਮੰਤਰ, ਮੂਲ ਮੰਤਰ, ਬਾਣੀ ਅਭਿਆਸ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਦਾ ਵੀ ਭਜਨ ਕਰਨਾ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ, ਇਹ ਵੀ ਕਹਿਣਾ ਹੈ। ਜਿਸ ਕਰਕੇ ਤੈਨੂੰ ਬੜਾ ਤਕੜਾ ਫਲ ਹੋਏਗਾ। ਤੇਰਾ ਸਭ ਅੰਦਰ ਜੋ ਅਗਿਆਨ ਹੈ, ਸਾਰੇ ਪਵਾੜਿਆਂ ਦੀ ਜੜ ਉਹ ਖਤਮ ਹੋ ਜਾਏਗਾ। ਇੱਥੇ ਕਵੀ ਜੀ ਇੱਕ ਬ੍ਰਿਛ ਦਾ ਅਲੰਕਾਰ ਬਣ ਰਹੇ, ਜਿਵੇਂ ਇੱਕ ਬੀਜ ਬੀਜੀਦਾ ਹੈ। ਬੀਜ ਤੋਂ ਅੰਕੁਰ ਫੁੱਟਦੇ ਹੈ, ਹੌਲੀ ਹੌਲੀ ਉਹ ਵੱਧਦਾ ਪੌਦਾ ਵੱਧਦਾ ਵਿਸਥਾਰ ਵਾਲਾ, ਮੋਟਾ, ਲੰਬਾ ਹੋ ਜਾਂਦਾ। ਉਹਦੇ ਟਾਹਣ ਖੁੱਲ੍ਹ ਜਾਂਦੇ ਅੱਗੇ ਪਾਸੇ। ਫਿਰ ਉਹਦੇ ਪੱਤੇ ਨਿਕਲਦੇ ਹੈ, ਪੱਤਿਆਂ ਤੋਂ ਬਾਅਦ ਫੁੱਲ ਨਿਕਲਦੇ ਹੈ, ਫੁੱਲਾਂ ਵਿੱਚੋਂ ਫਲ ਨਿਕਲਦੇ ਹੈ। ਅਤੇ ਉਹ ਬ੍ਰਿਛ ਐਵੇਂ ਬੀਜ ਤੋਂ ਬਣ ਕੇ, ਬੀਜ ਤੋਂ ਬ੍ਰਿਛ ਬਣ ਗਿਆ। ਅਤੇ ਉਹਦਾ ਨਾਸ ਜਿਹੜਾ ਕੱਟਿਆਂ ਵੱਢਿਆਂ ਵੀ ਪੂਰਾ ਨਹੀਂ ਹੁੰਦਾ। ਜੇ ਅੱਗ ਲੱਗ ਜਾਏ ਤਾਂ ਫਿਰ ਪੂਰੇ ਦਾ ਪੂਰਾ ਹੀ ਉਹ ਹੋ ਜਾਂਦਾ ਨਾਸ ਉਹਦਾ। ਕੱਟਿਆਂ ਵੱਢਿਆਂ ਤੋਂ ਫਿਰ ਪੁੰਗਰ ਪੈਂਦਾ ਹੈ। ਇਹ ਉਸੇ ਸੰਬੰਧ ਵਿੱਚ ਹੀ ਕਵੀ ਸਾਹਿਬ ਜੀ ਬ੍ਰਿਛ ਦਾ ਅਲੰਕਾਰ ਬਣਾ ਕੇ, ਬੰਨ੍ਹ ਕੇ ਇਹ ਜਿਹੜਾ ਦੋਹਰਾ ਲਿਖ ਰਹੇ ਹੈ। ਅਹੰ ਬੀਜ ਮਮਤਾ ਸਿਫਾ। ਜਿਵੇਂ ਸਾਧ ਸੰਗਤ ਜੀ ਇੱਕ ਬੀਜ ਤੋਂ ਬ੍ਰਿਛ ਬਣਦਾ ਅਤੇ ਉਹ ਬੀਜ ਬ੍ਰਿਛ 'ਚੋਂ ਹੀ ਆਉਂਦਾ ਹੈ। ਬ੍ਰਿਛ ਤੋਂ ਬੀਜ, ਬੀਜ ਤੋਂ ਬ੍ਰਿਛ। ਇਸੇ ਤਰ੍ਹਾਂ ਅਗਿਆਨ ਕਰਕੇ ਇਹ ਸਾਰਾ ਜਿਹੜਾ ਹੈ ਨਾ ਸੰਸਾਰ ਹੈ। ਇਹਦੇ ਵਿੱਚ ਜੋ ਕੁਝ ਵੀ ਹੈ ਉਹ ਗਿਆਨ ਕਰਕੇ ਹੈ। ਅਗਿਆਨ ਕਰਕੇ ਸਾਰਾ ਸੰਸਾਰ ਹੈ। ਮਾਨੋ ਅਗਿਆਨ ਵੀ ਇੱਕ ਬੀਜ ਹੈ, ਜਾਂ ਅਗਿਆਨ ਰੂਪੀ ਬ੍ਰਿਛ ਤੋਂ ਅੱਗੇ ਤੋਂ ਅੱਗੇ ਬੀਜ ਪੈਦਾ ਹੋ ਰਹੇ, ਜਿਸ ਕਰਕੇ ਹੋਰ ਬ੍ਰਿਛ ਅਗਿਆਨ ਪੈਦਾ ਹੋ ਰਿਹਾ ਹੈ। ਅੱਗੇ ਤੋਂ ਅੱਗੇ ਜਿਵੇਂ ਇੱਕ ਬ੍ਰਿਛ ਦਾ, ਅੰਬ ਦਾ ਬ੍ਰਿਛ ਲਾ ਲਓ ਲੱਗਾ ਹੋਇਆ, ਉਹਦੀ ਗਿਟਕ ਤੋਂ ਅੱਗੇ ਅੰਬ ਹੋ ਜਾਂਦੇ ਹੈ।
ਇਵੇਂ ਅੱਗੇ ਤੋਂ ਅੱਗੇ ਪੌਦੇ ਵਧਦੇ ਜਾਂਦੇ ਹੈ। ਇਸੇ ਤਰ੍ਹਾਂ ਅਗਿਆਨ ਰੂਪੀ ਬ੍ਰਿਸ਼ ਹੈ, ਉਹਦੀ ਪੈਦਾਇਸ਼ ਕਿਵੇਂ ਹੁੰਦੀ ਹੈ? ਉਹ ਪਹਿਲਾਂ ਵੀ ਅਗਿਆਨ ਹੈ, ਅਗਿਆਨ ਤੋਂ ਬੀਜ, ਬੀਜ ਤੋਂ ਫਿਰ ਅਗਿਆਨ ਰੂਪੀ ਬ੍ਰਿਸ਼। ਉਹ ਅਗਿਆਨ ਰੂਪੀ ਬ੍ਰਿਸ਼ ਕਿਵੇਂ ਪੈਦਾ ਹੁੰਦਾ ਦੱਸ ਰਹੇ ਹੈ। ਜਿਹੜੀ ਆ ਅਹੰਤਾ ਹੈ, ਅਹੰ ਭਾਵ ਹੈ, ਭਾਵ ਮੈਂ ਕਰਨਾ ਹੈ। ਹਮ ਕੀਆ ਹਮ ਕरेंगे, ਹਮ ਮੂਰਖ ਗਵਾਰ। ਮੈਂ ਜਿਹੜਾ ਕਰਨਾ, ਮੈਂ ਆ ਕੀਤਾ, ਮੈਂ ਉਹ ਕੀਤਾ। ਜਿਹੜੀ ਅਹੰ ਭਾਵ ਬੁੱਧੀ ਹੈ, ਜਿਸ ਕਰਕੇ ਇਹ ਅਹੰ ਭਾਵ ਬੁੱਧੀ ਕਾਹਦੇ ਕਰਕੇ? ਅਗਿਆਨ ਕਰਕੇ। ਅਗਿਆਨ ਕਰਕੇ ਮਨੁੱਖ ਮੈਂ ਦੁਖੀ, ਮੈਂ ਸੁਖੀ, ਮੈਂ ਖੁਸ਼, ਮੈਂ ਜਿਹੜਾ ਗਮ ਵਿੱਚ। ਉਹ ਕਹਿੰਦਾ ਕਾਹਦੇ ਕਰਕੇ? ਕਹਿੰਦਾ ਅਗਿਆਨ ਦੇ ਵੱਸ ਹੋਇਆ। ਜੇ ਗਿਆਨ ਹੋਵੇ, ਗਿਆਨ ਹੋਵੇ ਆਤਮ ਸਰੂਪ ਦਾ, ਕਦੀ ਇਸ ਤਰ੍ਹਾਂ ਕਹਿ ਨਹੀਂ ਸਕਦਾ। ਅਗਿਆਨ ਕਰਕੇ ਅਹੰ ਭਾਵ ਹੈ, ਅਹੰ ਭਾਵ ਕਰਕੇ ਜਨਮ ਹਨ। ਕਿ ਹੋਇਆ? ਜਦੋਂ ਮੈਂ ਕਰਨਾ ਹੈ, ਇਹ ਇੱਕ ਬੜਾ ਤਗੜਾ ਬੀਜ ਹੈ ਜਨਮਾਂ ਦਾ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਹਉ ਵਿੱਚ ਇਵੇਂ ਜਿਹੜੀ ਹਉ ਕਰਕੇ। ਅਤੇ ਮਹਾਰਾਜ ਕਹਿੰਦੇ ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਏਹੀ ਬੰਧਨਾ ਫਿਰ ਜੋਨੀ ਪਾਹੇ। ਹਉਮੈ ਦਾ ਕਾਰਨ ਇਹੀ ਬੰਧਨ ਹੈ ਵੀ ਇਹ ਜੂਨਾਂ ਵਿੱਚ ਪਾਉਂਦਾ ਹੈ। ਅਤੇ ਕਾਰਨ ਹੋ ਗਿਆ ਨਾ ਆਪਣੇ ਆਪ ਹੀ। ਅਗਿਆਨ ਕਰਕੇ ਹੰਗਤਾ, ਅਤੇ ਹੰਗਤਾ ਕਰਕੇ ਮੈਂ ਕਰਕੇ ਜਨਮ। ਕਵੀ ਸਾਹਿਬ ਜੀ ਕਹਿ ਰਹੇ ਹੈ ਕਿ ਜਿਹੜੀ ਅਹੰ ਭਾਵ ਵਾਲੀ ਬੁੱਧੀ ਹੈ, ਜਿਹੜਾ ਮੈਂ ਕਰਨਾ, ਇਹ ਮੈਂ ਰੂਪੀ ਬੀਜ ਹੈ ਅਤੇ ਮਮਤਾ ਰੂਪੀ ਜੜ ਹੈ। ਮਮਤਾ ਕਹੀਏ ਮੇਰਾ ਜਿਹੜਾ ਕਰਨਾ। ਜਬ ਲਗ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮਿਟ ਜਾਏ, ਫਿਰ ਪਰਮੇਸ਼ਰ ਪ੍ਰਭ ਕਾਜ ਫਿਰ ਆਪ ਸਵਾਰਦਾ ਪਰਮਾਤਮਾ। ਜਦੋਂ ਮੇਰੀ ਮਿਟ ਜਾਂਦੀ, ਜਦੋਂ ਇਹ ਕਹਿੰਦਾ ਮਨੁੱਖ ਨਾ ਹਮ ਕੀਆ ਨਾ ਕਰਾਂਗੇ। ਅਤੇ ਮਮਤਾ ਜਿਹੜੀ ਮੇਰਾ ਹੈ, ਅਹੰ ਭਾਵ ਰੂਪੀ ਮੈਂ ਰੂਪੀ ਬੀਜ ਹੈ, ਮੇਰਾ ਰੂਪੀ ਜੜ ਹੈ। ਇਹ ਜਿਵੇਂ ਜੜ ਉਹ ਜਾਲਾ ਜਿਹਾ ਪਾ ਲੈਂਦੀ, ਜਾਲੇ ਵਾਂਗੂ ਫੈਲਦੀ ਹੈ ਜੜ ਧਰਤੀ ਵਿੱਚ, ਜਕੜ ਮਾਰ ਲੈਂਦੀ ਹੈ ਪੇੜ ਦੀ ਜੜ, ਫਿਰ ਮਜ਼ਬੂਤੀ ਹੋ ਜਾਂਦੀ ਹੈ ਉਸ ਬੀਜ ਦੀ। ਇਹ ਮਮਤਾ ਰੂਪੀ ਜੜ ਹੈ। ਰਾਗ ਦੁਐਖ ਵੱਡ ਟਾਸ। ਫਿਰ ਜਿਹੜੇ ਇਸ ਬ੍ਰਿਸ਼ ਦੇ ਜਿਹੜਾ ਰਾਗ ਆਪਣਿਆਂ ਨਾਲ ਮੋਹ ਕਰੀ ਜਾਣਾ, ਅਤੇ ਦੂਜੇ ਨੂੰ ਪਰਾਇਆ ਸਮਝੇ, ਦਵੈਖ ਵੈਰ ਭਾਵ ਕਰੀ ਜਾਣਾ, ਈਰਖਾ ਕਰੀ ਜਾਣੀ। ਇਹ ਇਸ ਗਿਆਨ ਰੂਪੀ ਬ੍ਰਿਸ਼ ਨੂੰ ਬਹੁਤ ਵੱਡੇ ਟਾਸ ਕਹੀਏ, ਟਾਣ ਹਨ ਲੱਗੇ ਹੋਏ। ਜਗ ਦਲ ਦੁੱਖ ਸੁੱਖ ਫਲ ਲੱਗੇ। ਜਿਵੇਂ ਟਾਣ ਬ੍ਰਿਸ਼ ਵੱਡਾ ਹੁੰਦਾ ਹੈ, ਫੈਲਦਾ, ਨੂੰ ਟਾਣ ਲੱਗਦੇ, ਟਾਣਾਂ 'ਚ ਪੱਤੇ ਨਿਕਲਦੇ ਬੜੇ। ਇਸ ਤਰ੍ਹਾਂ ਜਿਹੜਾ ਜਗ ਹੈ, ਜਗ ਕਹੀ ਜਗਤ ਵਿੱਚ, ਜਗ ਦਾ ਅਰਥ ਜਗਤ, ਜਗ ਦਾ ਅਰਥ ਜੀਵ। ਜਗਤ ਵਿੱਚ ਜਿਹੜੇ ਜੀਵ ਹੈ, ਇਸ ਗਿਆਨ ਰੂਪੀ ਬ੍ਰਿਸ਼ ਦੇ ਦਲ ਕਹੀਏ ਪੱਤਰੇ ਹਨ, ਪੱਤੇ ਹਨ। ਦੁੱਖ ਸੁੱਖ ਫਲ ਲੱਗੇ। ਫਿਰ ਉਹ ਬ੍ਰਿਸ਼ ਨੂੰ ਪੱਤਿਆਂ ਤੋਂ ਬਾਅਦ ਫਲ ਵੀ ਲੱਗਦੇ ਹੈ, ਫੁੱਲ ਨਿਕਲ ਕੇ ਫਲ ਲੱਗ ਜਾਂਦਾ ਹੈ। ਇਹ ਜਿਹੜੇ ਜਗਤ ਵਿੱਚ ਜਗ ਕਹੀਏ ਜੀਵ ਹੈ, ਪੱਤਿਆਂ ਦੀ ਨਿਆਈ ਹੈ। ਇਹ ਗਿਆਨ ਰੂਪੀ ਬ੍ਰਿਸ਼ ਦੇ ਪੱਤੇ ਹੈ ਜੀਵ। ਅਤੇ ਦੁੱਖ ਜਿਹੜੇ ਜੀਵ ਚੰਗੇ ਕਰਮਾਂ ਕਰਕੇ ਸੁੱਖ ਲੈਂਦੇ ਹੈ, ਸੁੱਖ ਫਲ ਹੈ, ਮਾੜੇ ਕਰਮਾਂ ਕਰਕੇ ਦੁੱਖ ਫਲ ਹੈ। ਇਵੇਂ ਦੁੱਖ ਸੁੱਖ ਇਸ ਗਿਆਨ ਰੂਪੀ ਬ੍ਰਿਸ਼ ਨੂੰ ਫਲ ਲੱਗੇ ਹੋਏ ਹਨ। ਗੁਰ ਭਜ ਹੋਏ ਵਿਨਾਸ਼। ਤੇ ਕਵੀ ਸਾਹਿਬ ਜੀ ਕਹਿੰਦੇ ਕਥਾ ਨੂੰ ਸੁਣਨ ਵਾਲੇ ਸਰੋਤੇ, ਇਸ ਗਿਆਨ ਰੂਪੀ ਬ੍ਰਿਸ਼ ਨੂੰ ਤੂੰ ਇੰਝ ਕਰ, ਜੋ ਗੁਰੂ ਹੈ ਨਾ, ਗੁਰੂ ਪੂਰੇ ਗੁਰੂ ਨਾਨਕ ਸਾਹਿਬ, ਉਹਨਾਂ ਦਾ ਭਜਨ ਕਰ।
ਗੁਰੂ ਨਾਨਕ ਸਾਹਿਬ ਜੀ ਦਾ ਨਾਮ ਸਿਮਰਨ ਭਜਨ ਕਰ, ਜਿਸ ਕਰਕੇ ਤੇਰਾ ਅਗਿਆਨ ਰੂਪੀ ਬ੍ਰਿਸ਼ ਇਹ ਜਿਹੜਾ ਬੜਾ ਤਗੜਾ, ਜਿਸ ਕਰਕੇ ਵਾਰ-ਵਾਰ ਜਨਮ ਹੋ ਰਿਹਾ, ਇਹ ਤੇਰਾ ਨਾਸ ਹੋਵੇ। ਇਸ ਨੂੰ ਗੁਰੂ ਦੇ ਗਿਆਨ, ਜਿਹੜਾ ਗੁਰੂ ਨਾਨਕ ਸਾਹਿਬ ਜੀ ਹੈ ਉਹਨਾਂ ਦਾ ਜੋ ਭਜਨ ਸਿਮਰਨ ਕਰਨਾ ਹੈ, ਇਸ ਨਾਲ ਨਾਸ ਹੋਵੇ ਇਹ ਬ੍ਰਿਸ਼, ਜਾਂ ਗੁਰ ਕਹੀਏ ਜੋ ਗਿਆਨ ਹੈ ਵੱਡਾ, ਇਸ ਬ੍ਰਹਮ ਗਿਆਨ ਵੱਡੇ ਦਾ ਭਜਨ ਕਰ। ਇਸ ਭਜਨ ਬ੍ਰਹਮ ਗਿਆਨ ਰੂਪੀ ਭਜਨ ਕਰਨ ਰੂਪੀ ਅਗਨੀ ਦੇ ਨਾਲ ਇਹ ਤੇਰਾ ਗਿਆਨ ਰੂਪੀ ਬ੍ਰਿਸ਼ ਨਾਸ ਹੋਵੇ। ਚੌਪਈ ਸਪਤਮ ਬਾਸੁਰ ਸਗਰੋ ਐਸੇ। ਕਵੀ ਸਾਹਿਬ ਜੀ ਕਹਿੰਦੇ ਜਿਹੜੀ ਸੱਤਵੀਂ ਅੱਸੂ ਵਧੀ 7ਵੀਂ ਥਿੱਤ ਦਾ ਦਿਨ ਸੀ, ਉਹ ਤੇ ਸਾਰਾ ਇਸੇ ਤਰ੍ਹਾਂ ਹੀ ਬੀਤ ਗਇਓ ਵਰਣਨ ਕੀ ਜੈਸੇ। ਜਿਸ ਤਰ੍ਹਾਂ ਕਹਿੰਦੇ ਅਸਾਂ ਨੇ ਵਰਣਨ ਕੀਤਾ, ਕਥਨ ਕੀਤਾ ਵੀ 7ਵੀਂ ਥਿੱਤ ਨੂੰ ਮਾਰਨ ਸਾਰੀ ਤਿਆਰੀ ਕਰ ਲਈ। ਗੁਰੂ ਸਾਹਿਬ ਤਿਆਰ ਸਨ, ਸਪੁੱਤਰਾਂ ਨੂੰ ਬੁਲਾਇਆ, ਭਾਈ ਸੁਧਾਰਨ ਦੇ ਰਾਹੀਂ ਉਹ ਨਹੀਂ ਆਏ। ਫਿਰ ਮਾਤਾ ਸੁਲੱਖਣੀ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਫਿਰ ਉਹਨਾਂ ਦੀ ਬੇਨਤੀ ਮੰਨ ਕੇ ਜਿਹੜਾ ਰੁਕ ਗਏ। ਅਤੇ ਇਵੇਂ ਜਿਹੜਾ 7ਵੀਂ ਥਿੱਤ ਹੈ ਉਹ ਸਾਰਾ ਇਵੇਂ ਬੀਤ ਗਿਆ ਦਿਨ, ਇਸੇ ਵਿਚਾਰ ਵਿੱਚ ਹੀ, ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਵਰਣਨ ਕੀਤਾ ਹੈ। ਗ੍ਰਾਮਨ ਕੇ ਨਰ ਜੋ ਤਹ ਗਏ। ਜਿਹੜੇ ਪਿੰਡਾਂ ਸ਼ਹਿਰਾਂ ਦੇ ਗੁਰੂ ਕੀ ਸੰਗਤ ਬਹੁਤ ਪੁਰਸ਼ ਕਰਤਾਰਪੁਰ ਸਾਹਿਬ ਗਏ ਹੋਏ ਸੀ। ਹੋਰ ਕਰਤਾਰ ਰਹਿਤ ਸੋ ਭਏ। ਸਤਿਗੁਰੂ ਮਹਾਰਾਜ ਜੀ ਨੇ ਜੋਤੀ ਜੋ ਸਮਾ ਜਾਣਾ, ਅਤੇ ਆਪਾਂ ਘਰ ਵਿੱਚ ਵੀ ਕੀ ਕਰਨਾ ਹੁਣ ਜਾ ਕੇ, ਅਜੇ ਸ੍ਰੀ ਕਰਤਾਰਪੁਰ ਸਾਹਿਬ ਹੀ ਸਾਰੇ ਉੱਥੇ ਹੀ ਰਹਿ ਪਏ ਐ। ਰਾਨ ਬਿਖੇ ਡੇਰਾ ਕਰ ਸੋਏ। 7ਵੀਂ ਥਿੱਤ ਵਾਲੇ ਦਿਨ ਰਾਤ ਸਾਰਿਆਂ ਨੇ ਆਪੋ ਆਪਣੇ ਡੇਰੇ ਟਿਕਾਣੇ ਜੇ ਕਰ ਲਏ, ਤੰਬੂ ਲਾਏ ਹੋਏ ਸੀ ਆਪੋ ਆਪਣੇ ਥਾਵਾਂ 'ਤੇ ਜਿੱਥੇ ਟਿਕਾਣੇ ਕੀਤੇ ਹੋਏ ਹੈ। ਅਤੇ ਜਿਹੜਾ ਗੁਰੂ ਕੇ ਲੰਗਰਾਂ 'ਚੋਂ ਭੋਜਨ ਪ੍ਰਸ਼ਾਦਾ ਛਕ ਕੇ ਮਹਾਰਾਜ ਜੀ ਦਾ ਜਸ ਕਰਕੇ ਵਿਸ਼ਰਾਮ ਕਰ ਲਈ ਸੌਂ ਗਏ ਹਨ ਸਭ। ਜਿਨ ਮਨ ਦਰਸ਼ਨ ਪ੍ਰੇਮ ਪਿਗੋਏ। ਜਿਨ੍ਹਾਂ ਸਿੱਖਾਂ ਦੇ ਮਨ ਗੁਰੂ ਕੇ ਦਰਸ਼ਨਾਂ ਦੇ ਪ੍ਰੇਮ ਵਿੱਚ ਭਿਗੋਏ ਭਿੱਜੇ ਹੋਏ ਹਨ। ਸਵਾ ਜਾਮ ਜਾਮਨ ਰਹਿ ਜਬ ਹੀ। ਜਦੋਂ ਸਵਾ ਪਹਿਰ ਰਾਤ ਰਹਿ ਗਈ ਹੈ। ਸਭਨ ਸਨਾਨ ਕੀਓ ਉਠ ਤਬ ਹੀ। 2:15 ਦੇ ਕਰੀਬ ਸਾਰੇ ਸਿੱਖ 8ਵੀਂ ਥਿੱਤ ਦੇ ਤੜਕੇ ਜਿਹੜੇ ਹੈ ਸਭ ਨੇ ਇਸ਼ਨਾਨ ਕੀਤਾ, ਤਦੋਂ ਉੱਠ ਕੇ ਬਾਹਰ ਬਿਲੋ ਕਹਿ ਸਤਿਗੁਰ ਤਾਈ। ਫਿਰ ਸਾਰੇ ਜਿਹੜੇ ਹੈ ਸੰਗਤ ਹੈ ਸਤਿਗੁਰ ਦੇ ਤਾਈ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਸ੍ਰੀ ਕਰਤਾਰਪੁਰ ਸਾਹਿਬ ਆ ਕੇ ਧਰਮਸ਼ਾਲਾ ਵਿੱਚ ਤੱਕਦੇ ਹੈ, ਦਰਸ਼ਨ ਕਰਦੇ ਹੈ। ਪਦ ਪੰਕਜ ਪਰ ਸੀਸ ਝੁਕਾਈ। ਗੁਰੂ ਕੇ ਚਰਨ ਕਮਲਾਂ ਉੱਪਰ ਸੀਸ ਆਪਣੇ ਝੁਕਾ ਰਹੇ ਸਨ, ਸਭ ਮੱਥਾ ਟੇਕ ਰਹੇ ਸੀ ਪ੍ਰੇਮ ਨਾਲ। ਕੀਰਤਨ ਸੁਣ ਹੈ ਏਕ ਮਨ ਹੋਈ। ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਕੀ ਬਾਣੀ ਦਾ ਕੀਰਤਨ ਸੁਣ ਰਹੇ ਸਨ। ਹਿਰਦੇ ਵਿਕਾਰ ਨਾ ਵਿਆਪੇ ਕੋਈ। ਐਸਾ ਕੀਰਤਨ ਨੂੰ ਮਨ ਚਿੱਤ ਇਕਾਗਰ ਕਰਕੇ ਸੁਣ ਰਹੇ ਹੈ, ਜਿਸ ਕਰਕੇ ਹਿਰਦੇ ਵਿੱਚ ਮਨ ਵਿੱਚ ਕੋਈ ਮੰਦਾ ਵਿਕਾਰ ਫੁਰਨਾ ਤੇ ਕੋਈ ਸਿੱਖਾਂ ਨੂੰ ਵਿਆਪਦਾ ਹੀ ਨਹੀਂ ਹੈ, ਕੋਈ ਫੁਰਨਾ ਉੱਠਦਾ ਹੀ ਨਹੀਂ ਹੈ। ਅਸ਼ਟਮ ਦਿਵਸ ਪ੍ਰਕਾਸਿਓ ਭਾਨਾ। ਐਵੇਂ 8ਵੀਂ ਅੱਸੂ ਵਧੀ 8ਵੀਂ ਥਿੱਤ ਦਾ ਜਿਹੜਾ ਤੜਕੇ ਦਾ ਸਮਾਂ ਐਵੇਂ ਬਤੀਤ ਹੋਇਆ ਹੈ। ਦੀਵਾਨ ਜਿਹੜੇ ਹੈ ਸੱਜੇ ਸਨ, ਕੀਰਤਨ ਹੋ ਰਿਹਾ ਸੀ, ਕਥਾ ਹੋਈ ਸੀ। 8ਵੀਂ ਥਿੱਤ ਵਾਲੇ ਦਿਨ ਜਿਹੜਾ ਦਿਨ ਚੜ੍ਹਿਆ ਹੈ, ਸੂਰਜ ਪ੍ਰਕਾਸ਼ਿਆ, ਸੂਰਜ ਚੜ੍ਹਿਆ ਹੈ। ਭੋਜਨ ਭੇ ਤਿਆਰ ਬਿਦ ਨਾਨਾ। ਗੁਰੂ ਕੇ ਲੰਗਰਾਂ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੇ ਭੋਜਨ, ਲੰਗਰ ਪ੍ਰਸ਼ਾਦੇ, ਸਬਜ਼ੀਆਂ ਆਦਿਕ ਤਿਆਰ ਹੋ ਗਏ। ਧਰਮਸਾਲ ਤੇ ਉਠ ਸੁਖ ਰਸਾ। ਇੱਧਰੋਂ ਜਦੋਂ ਦੀਵਾਨ ਦੀ ਸਮਾਪਤੀ ਹੋਈ ਹੈ, ਸਭ ਕਥਾ ਜਿਹੜੀ ਹੈ ਕਥਾ ਕੀਰਤਨ ਦੀ ਸਮਾਪਤੀ ਹੋਈ ਹੈ। ਗੁਰੂ ਕੇ ਸਿੱਖ ਸਭ ਧਰਮਸ਼ਾਲਾ ਵਿੱਚ ਕੁਝ ਬੈਠੇ ਸੀ, ਕੁਝ ਇੱਧਰ ਉੱਧਰ ਹੋ ਗਏ, ਅਤੇ ਗੁਰੂ ਨਾਨਕ ਸਾਹਿਬ ਜੀ ਸੁੱਖਾਂ ਦੀ ਰਾਸ ਧਰਮਸ਼ਾਲਾ ਵਿੱਚੋਂ ਉਸ ਵੇਲੇ ਉੱਠ ਕੇ ਗਏ ਸੁਲੱਖਣੀ ਕੇਰ ਆਵਾਸਾ। ਮਾਤਾ ਸੁਲੱਖਣੀ ਜੋ ਹੈ ਜਿੱਥੇ ਗੁਰੂ ਮਹਾਰਾਜ ਜੀ ਨੇ ਸਾਹਿਬਜ਼ਾਦਿਆਂ ਵਾਸਤੇ, ਮਾਤਾ ਜੀ ਵਾਸਤੇ ਵੱਖਰਾ ਹੀ ਮਹਿਲ ਘਰ ਬਣਾਇਆ ਹੋਇਆ ਸੀ,
ਉੱਥੇ ਚਲੇ ਗਏ। ਬਿਦ ਸੋ ਲੱਗੇ ਕਰਾਵਨ ਸਰਾਧੂ। ਬੜੀ ਵਿਧੀ ਸੋਹਣੇ ਢੰਗ ਨਾਲ ਜੋ ਗੁਰੂ ਕਾ ਲੰਗਰ ਹੈ ਮਹਾਰਾਜ ਆਪਣੀ ਨਜ਼ਰਸਾਨੀ ਦੇ ਹੇਠ, ਆਪਣੀ ਨਿਗਰਾਨੀ ਦੇ ਹੇਠ ਤਿਆਰ ਕਰਵਾਉਣ ਲੱਗੇ। ਭਜਹਿ ਸਾਧ ਜਿਹ ਪਰਮ ਅਗਾਧੂ। ਜਿਸ ਗੁਰੂ ਨਾਨਕ ਸਾਹਿਬ ਜੀ ਨੂੰ ਵੱਡੇ ਵੱਡੇ ਸਾਧ ਜਨ ਸੰਤ ਮਹਾਤਮਾ ਭਜਦੇ ਐ, ਸਿਮਰਦੇ ਐ। ਪ੍ਰਾਪਤ ਮੁਕਤ ਲੈ ਜਿਨ ਨਾਮੋ। ਕਵੀ ਸਾਹਿਬ ਜੀ ਕਹਿੰਦੇ ਜਿਨ੍ਹਾਂ ਸਤਿਗੁਰਾਂ ਦਾ ਨਾਮ ਲੈਂਦਿਆਂ ਹੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਤਾਹੇ ਸਰਾਧ ਕਿਆ ਕਰਬੇ ਕੰਮ। ਉਹਨਾਂ ਸਤਿਗੁਰਾਂ ਨੂੰ ਭਲਾ ਇਹ ਸਰਾਧ ਸਰੂਦ ਕਰਾਉਣ ਦਾ ਕੀ ਕੰਮ ਹੈ? ਕੀ ਕੰਮ ਉਹਨਾਂ ਦਾ ਮਹਾਰਾਜ ਜੀ ਦਾ? ਉਹ ਤੇ ਸਰਾਧਾਂ ਨੂੰ ਕੁਝ ਨਹੀਂ ਜਾਣਦੇ, ਇਹ ਤੇ ਕੋਈ ਸਮਝਦੇ ਨਹੀਂ ਹਨ। ਸੱਚੇ ਪਾਤਸ਼ਾਹ ਜੀ ਜਿਨ੍ਹਾਂ ਗੁਰੂ ਜੀ ਦਾ ਨਾਮ ਲਿਆ ਹੀ ਮੁਕਤ ਹੋ ਜਾਈਦਾ, ਉਹ ਮਹਾਰਾਜ ਨੂੰ ਆਪ ਸਰਾਧ ਕਰਨ ਦਾ ਕੀ ਕੰਮ? ਭਾਵ ਕੋਈ ਕੰਮ ਨਹੀਂ ਹੈ। ਉੱਥੇ ਪਿੱਤਰਾਂ ਨੂੰ ਵੀ ਸਰਾਧ ਕਰਕੇ ਸੁਖੀ ਵੇਖਣਾ ਚਾਹੀਦਾ ਨਾ, ਵੀ ਸੁਖੀ ਰਹਿਣ, ਉੱਥੇ ਆਪਣੇ ਲੋਕ ਵਿੱਚ ਖੁਸ਼ ਰਹਿਣ। ਅਤੇ ਜਿਹੜੇ ਹੁਣ ਮੁਕਤੀ ਹੋ ਗਏ ਅਤੇ ਉਹਨਾਂ ਪਿੱਤਰਾਂ ਨੂੰ ਕੀ ਛਕਣਾ ਛਕਾਉਣਾ ਹੈ, ਕੀ ਉਹਨਾਂ ਦਾ ਸਰਾਧ ਕਰਾਉਣਾ ਹੈ? ਕਵੀ ਸਾਹਿਬ ਜੀ ਇੱਥੇ ਆ ਵੀ ਮੰਨ ਰਹੇ ਹੈ ਵੀ ਇਹ ਜਿਹੜੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਦਾ ਨਾਮ ਲਿਆ ਹੀ ਸਭ ਮੁਕਤੀਆਂ ਹੋ ਜਾਂਦੀਆਂ ਪ੍ਰਾਪਤ, ਉਹਨਾਂ ਸਤਿਗੁਰਾਂ ਨੂੰ ਭਲਾ ਸਰਾਧ ਕਰਾਉਣ ਦਾ ਕੀ ਕੰਮ ਹੈ? ਕੋਈ ਕੰਮ ਨਹੀਂ ਹੈ, ਕੋਈ ਜਾਣਦੇ ਨਹੀਂ ਹੈ ਮਹਾਰਾਜ ਸਰਾਧਾਂ ਸਰੂਦਾਂ ਨੂੰ। ਤਦਿਅਪ ਨਰ ਮਰਿਆਦਾ ਪਾਰਨ। ਫਿਰ ਵੀ ਜਿਹੜੀ ਹੈ ਲੋਕ ਮਰਿਆਦਾ ਨੂੰ ਪਾਲਣ ਲਈ ਲੀਲਾ ਕਰਹੀ ਨਰਕ ਨਿਵਾਰਨ। ਨਰਕਾਂ ਦਾ ਦੁੱਖ ਦੂਰ ਕਰਨ ਵਾਲੇ ਸਤਿਗੁਰ ਜੀ ਲੀਲਾ ਕਰ ਰਹੇ। ਜਿਵੇਂ ਬੱਚੇ ਲੀਲਾ ਕਰਦੇ, ਖੇਡਦੇ, ਟੱਪਦੇ ਹੈ, ਘਰ ਜੇ ਬਣਾ ਮਿੱਟੀ ਦੇ ਤੋੜੀ ਭੰਨੀ ਜਾਂਦੇ ਹੁੰਦੇ ਐ। ਉਤੀ ਸਰਾਧ ਕੀ ਬਿਦ ਜੋ ਸਾਰੀ ਜੋ ਲੰਗਰਾਂ ਦੀ ਵਿਧੀ ਮਰਿਆਦਾ ਹੈ ਸੀ। ਭਰੀ ਪ੍ਰਕਾਰ ਕੀਨ ਅਗਹਾਰੀ। ਪਾਪਾਂ ਦੇ ਨਾਸ਼ਕ ਗੁਰੂ ਨਾਨਕ ਸਾਹਿਬ ਜੀ ਨੇ ਸਭ ਚੰਗੀ ਤਰ੍ਹਾਂ ਨਾਲ ਹੀ ਤਿਆਰੀ ਸਭ ਕੀਤੀ ਹੈ। ਉਠ ਪੁਨ ਗਮਨੇ ਦੇਗ ਸਥਾਨਾ। ਇਵੇਂ ਮਹਾਰਾਜ ਮਾਤਾ ਸੁਲੱਖਣੀ ਜੀ ਨਾਲ ਬਚਨ ਬਿਲਾਸ ਕਰਕੇ ਜਿੱਥੇ ਗੁਰੂ ਕੇ ਲੰਗਰ ਸਥਾਨ 'ਤੇ ਬਣ ਰਹੇ ਸਨ, ਤਿਆਰ ਹੋ ਰਹੇ ਸੀ, ਉੱਥੇ ਉੱਠ ਕੇ ਚਲੇ ਗਏ। ਸਰਬ ਬਿਲੋਕੇ ਭੋਜਨ ਨਾਨਾ। ਜੋ ਭੋਜਨ ਤਿਆਰ ਹੋਏ ਨਾਨਾ ਤਰ੍ਹਾਂ ਦੇ, ਬਹੁਤ ਤਰ੍ਹਾਂ ਦੇ, ਮਹਾਰਾਜ ਨੇ ਸਾਰੇ ਨੰਬਰਵਾਰ ਦੇਖੇ ਹੈ ਵੀ ਠੀਕ ਠਾਕ ਬਣੇ ਹੈ। ਠੌਰ ਨਰ ਭੇਜ ਬੁਲਾਏ। ਉਸ ਵੇਲੇ ਮਹਾਰਾਜ ਨੇ ਆਪਣੇ ਸਿੱਖ ਸੇਵਕ ਥਾਂ ਦੇ ਭੇਜ ਕੇ, ਜਿੱਥੇ ਗੁਰੂ ਕੇ ਸਿੱਖ ਪੜ੍ਹਾ ਕਰਕੇ ਬੈਠੇ ਹੋਏ ਸੀ, ਕਿ ਭਾਈ ਉਹਨਾਂ ਨੂੰ ਬੁਲਾ ਲਿਓ। ਸਭ ਬੁਲਾਏ ਹੈ। ਸੁਨ ਆਇਸ ਸਭ ਹੀ ਚੱਲ ਆਏ। ਗੁਰੂ ਕੇ ਸਿੱਖਾਂ ਦੀ ਬੇਨਤੀ ਸੁਣ ਕੇ ਵੀ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਤੇ ਤੁਸੀਂ ਆ ਜਾਓ। ਸੁਣ ਆਗਿਆ ਸਭ ਹੀ ਚੱਲ ਕੇ ਆਏ। ਪੰਡਤ ਸੰਨਿਆਸੀ ਬੈਰਾਗੀ। ਪੰਡਤ ਬੜੇ ਤਕੜੇ ਵਿਦਵਾਨ ਵੀ, ਵੇਦਾਂ ਦੇ ਗਿਆਤੇ, ਸੰਨਿਆਸੀ ਤਿਆਗੀ ਤੇ ਬੈਰਾਗੀ ਉਪਰਾਮ ਸਾਧੂ। ਜੋਗੀ ਪੁਨ ਆਏ ਬੜ ਭਾਗੀ। ਕੰਨ ਪਾਟੇ ਜੋਗੀ ਜਿਹੜੇ ਆ ਵੱਡਿਆਂ ਭਾਗਾਂ ਵਾਲੇ, ਉਹ ਵੀ ਬਹੁਤੇ ਆਏ ਹੋਏ ਆ। ਅਵਰ ਭੇਖ ਕੇ ਤਿਕ ਤਹ ਆਏ। ਕਵੀ ਸਾਹਿਬ ਜੀ ਕਹਿੰਦੇ ਵੀ ਮੈਂ ਕਿੰਨੇ ਕੁ ਦੱਸਾਂ, ਉੱਥੇ ਤੇ ਹੋਰ ਹੀ ਭੇਖ ਕਿਦਣੇ ਕੀ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਜੀ ਜੋਤੀ ਜੋ ਸਮਾਉਣ ਸਮੇਂ ਆਏ ਹੋਏ ਸੀ। ਸਭ ਗੁਰ ਪਾਂਤ ਬਸਾਏ। ਗੁਰੂ ਸਾਹਿਬ ਜੀ ਨੇ ਸਭ ਪੰਗਤੋ ਪੰਗਤੀ ਬਿਠਾਏ ਹੈ ਨੰਬਰਵਾਰ। ਚਾਰ ਵਰਨ ਹਿੰਦੂ ਤਿਹ ਥਾਈ। ਉਸ ਥਾਂ ਤੇ 4 ਵਰਣੀ, ਖੱਤਰੀ, ਬ੍ਰਾਹਮਣ, ਸੂਦ, ਵੈਸ ਤੇ ਇਸੇ ਤਰ੍ਹਾਂ ਮੁਸਲਮਾਨ ਵੀ ਸਭ ਆਏ ਸਨ ਤੇ ਹਿੰਦੂ ਵੀ ਆਏ ਸੀ। ਭਿੰਨ ਸਭ ਦੀਨ ਬਿਠਾਈ। ਮਹਾਰਾਜ ਜੀ ਨੇ ਸਾਰੇ ਮਰਿਆਦਾ ਨੂੰ ਮੁੱਖ ਰੱਖਦਿਆਂ ਵੱਖੋ ਵੱਖਰੇ ਕਰਕੇ ਬਿਠਾ ਦਿੱਤੇ, ਵੀ ਖੱਤਰੀ ਵੱਖਰੇ, ਬ੍ਰਾਹਮਣ ਵੱਖਰੇ, ਸੂਦਰ ਵੱਖਰੇ। ਇਵੇਂ ਕਹਿਣ ਤੋਂ ਭਾਵ ਉਹ ਪੰਗਤੋਂ ਭਗਤਾਂ ਵਿੱਚ ਬਿਠਾ ਦਿੱਤੇ ਹੈ। ਮਿਲੇ ਬਹੁਤ ਸਿੱਖ ਸੇਵਕ ਬ੍ਰਿੰਦਾ। ਜਿਹੜੇ ਗੁਰੂ ਕੇ ਸਿੱਖ ਸੇਵਕ ਬਹੁਤ ਉੱਥੇ ਮਿਲੇ ਹੋਏ ਸੀ। ਪਾਂਤ ਬਸਾਈ ਸ੍ਰੀ ਸੁਖ ਕੰਦਾ। ਜੋ ਸ਼੍ਰੋਮਣੀ ਸੁੱਖਾਂ ਦੇ ਬੱਦਲ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਰੇ ਸੇਵਕ ਸਿੱਖਾਂ ਦੀ ਪੰਗਤੀ
ਬਿਠਾ ਦਿੱਤੀ ਹੈ, ਆ ਪੰਗਤਾਂ ਲਵਾ ਦਿੱਤੀਆਂ ਸੋਹਣੀਆਂ। ਆਇਸ ਦੀਨ ਰਾਕਲ ਤਾਈ, ਉਹੀ ਗੱਲ। ਆਇਸ ਦੀਨ ਅਰਾਲਕ ਤਾਈ, ਤੇ ਮਹਾਰਾਜ ਨੇ ਉਸ ਵੇਲੇ ਰਾਲਕ ਕਹੀਏ ਰਸੋਈਏ ਦੇ ਤਾਈਂ ਹੁਕਮ ਦਿੱਤਾ, ਆਗਿਆ ਕੀਤੀ। ਪ੍ਰਥਮੇ ਸਤ ਨਾਮ ਮੁਖ ਗਾਈ, ਤੇ ਰਸੋਈਆਂ ਨੂੰ ਕਿਹਾ ਵੀ ਭਾਈ ਸਭ ਤੋਂ ਪਹਿਲਾਂ ਨਾ ਸਾਰਿਆਂ ਨੇ ਸਤਿਨਾਮ ਵਾਹਿਗੁਰੂ ਦਾ ਮੁਖ ਤੋਂ ਜਾਪ ਕਰਨਾ ਹੈ, ਮੁਖੋਂ ਗਾਉਣਾ ਸਭ ਸੰਗਤ ਨੇ। ਸਭ ਕੋ ਦੇਹੁ ਆਹਾਰ ਵਰਤਾਈ, ਜਦੋਂ ਸਾਰੇ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਲੈਣਗੇ, ਸਭ ਨੂੰ ਜਿਹੜਾ ਗੁਰੂ ਕਾ ਪ੍ਰਸ਼ਾਦਾ ਲੰਗਰ ਹੈ ਉਹ ਵਰਤਾ ਦਿਓ ਖੁੱਲਾ ਡੁੱਲਾ ਹੀ। ਜੇ ਕੋ ਚਾਹ ਸੋ ਦੇਹੁ ਪਹੁੰਚਾਈ, ਜੇ ਕੋਈ ਹੋਰ ਵੀ ਚਾਹੁੰਦਾ ਹੋਵੇ ਇੱਧਰ ਉੱਧਰ ਦੂਰ ਨੇੜੇ ਤੇ ਉਸ ਨੂੰ ਵੀ ਪਹੁੰਚਾ ਦਿਓ। ਊਚੇ ਥਲ ਪਰ ਬੈਠੇ ਸੁਆਮੀ, ਜਗਤ ਦੇ ਸੁਆਮੀ ਗੁਰੂ ਨਾਨਕ ਸਾਹਿਬ ਜੀ ਆਪ ਉੱਚੇ ਸਥਾਨ ਤੇ ਸੱਜ ਕਰਕੇ ਬੈਠੇ ਹੋਏ ਹੈ। ਸਵਨ ਬਿਲੋਕਤ ਅੰਤਰ ਜਾਮੀ, ਅੰਤਰਜਾਮੀ ਗੁਰੂ ਨਾਨਕ ਸਾਹਿਬ ਜੀ ਆਪਣੀ ਨਜ਼ਰ ਸਾਨੀ ਹੇਠ ਸਾਰੀ ਸੰਗਤ ਵਾਲੀ ਦੇਖ ਰਹੇ ਵੀ ਸਾਡੀ ਸੰਗਤ ਲੰਗਰ ਪ੍ਰਸ਼ਾਦਾ ਸੋਹਣਾ ਛਕ ਰਹੀ ਹੈ। ਪਰੋਸਨ ਲੱਗੇ ਆਹਾਰ ਕਨੇਰਾ, ਗੁਰੂ ਕਾ ਹੁਕਮ ਮੰਨ ਕੇ ਗੁਰੂ ਘਰ ਕੇ ਸੇਵਕ ਰਸੋਈਏ ਬਹੁਤ ਜਿਹੜਾ ਤਰ੍ਹਾਂ ਤਰ੍ਹਾਂ ਦਾ ਭੋਜਨ ਤਿਆਰ ਕੀਤਾ, ਲੰਗਰ ਪਰੋਸਣ ਲੱਗੇ ਆ ਸਭ ਨੂੰ। ਬਹੁਤ ਰਸੋਈਏ ਹੋਇਆ ਬਿਨ ਦੇਰਾ, ਰਸੋਈਏ ਲਾਂਗਰੀ ਬਹੁਤ ਬਿਨਾਂ ਦੇਰੀ ਤੋਂ ਉੱਥੇ ਇਕੱਠੇ ਹੋ ਗਏ ਹੈ ਤੇ ਗੁਰੂ ਦਾ ਲੰਗਰ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ। ਏਕ ਬਾਰ ਦੇ ਆਵਹਿ ਜਾਹੀ, ਇੱਕ ਵਾਰ ਜਿਹਨੂੰ ਵੀ ਦੇ ਕੇ ਲੰਗਰ ਆ ਜਾਂਦੇ, ਭਾਵ ਜਿਹਨੂੰ ਵੀ ਸਬਜ਼ੀ ਭਾਜੀ ਲੰਗਰ ਆਦਿਕ ਦੇ ਕੇ ਆ ਜਾਂਦੇ ਹੈ। ਬਹੁਰ ਨਾ ਜਾਚਨ ਕੀ ਰਹਿ ਚਾਹੀ, ਉਸ ਸ਼ਗਨ ਵਾਲੇ ਗੁਰੂ ਕੇ ਸਿੱਖ ਨੂੰ ਫਿਰ ਮੰਗਣ ਦੀ ਚਾਹ ਨਹੀਂ ਰਹਿ ਜਾਂਦੀ ਵੀ ਫਿਰ ਮੈਂ ਪਵਾ ਲਵਾਂ, ਇੱਕੇ ਵਾਰੀ ਖੁੱਲਾ ਡੁੱਲਾ ਗੱਫਾ ਪ੍ਰਾਪਤ ਹੋ ਜਾਂਦਾ ਹੈ। ਜਹ ਮਾਨਵ ਕੀ ਗਿਣਤੀ ਨਾਹੀ, ਕਵੀ ਸਾਹਿਬ ਜੀ ਕਹਿੰਦੇ ਜਿੱਥੇ ਗੁਰੂ ਕੀ ਸੰਗਤ ਮਨੁੱਖਾਂ ਦੀ ਤੇ ਗਿਣਤੀ ਕੋਈ ਹੈ ਹੀ ਨਹੀਂ ਸੀ। ਸਵਨ ਦੀਨ ਕੋ ਸ਼ੂਸ਼ ਨਾ ਆਹੀ, ਸਾਰਿਆਂ ਨੂੰ ਖੁੱਲਾ ਡੁੱਲਾ ਹੀ ਭੋਜਨ ਦਿੱਤਾ, ਕੋਈ ਖਾਲੀ ਨਹੀਂ ਰਿਹਾ ਹੈ, ਕਿਸੇ ਨੂੰ ਕੋਈ ਕਮੀ ਨਹੀਂ ਰਹਿਣ ਦਿੱਤੀ ਹੈ। ਪੰਚਾਮ੍ਰਿਤ ਕਚੌਰੀ ਪੂਰੀ, ਉਸ ਲੰਗਰ ਵਿੱਚ ਕੀ ਕੀ ਤਿਆਰ ਸੀ ਇਹ ਦੱਸ ਰਿਹਾ। ਪੰਚਾਮ੍ਰਿਤ 5 ਮੇਲ ਦਾ ਕੜਾਹ ਪ੍ਰਸ਼ਾਦ, ਇਸੇ ਤਰ੍ਹਾਂ ਕਚੌਰੀਆਂ ਤੇ ਪੂੜੀਆਂ, ਪਾਇਸ ਪੂਪ ਸਾਧ ਜਿਨ ਪੂਰੀ, ਫਿਰ ਪਾਇਸ ਕਹੀਏ ਖੀਰ ਸੋਹਣੇ ਸੂਖਮ ਚੌਲਾਂ ਲੰਮੇ ਲੰਮੇ ਚੌਲਾਂ ਦੀ ਬਣੀ ਹੋਈ, ਤੇ ਪੂਪ ਜਿਹੜੇ ਹੈ ਪੂੜੇ ਹੈ ਜਿਨ੍ਹਾਂ ਵਿੱਚ ਬਹੁਤ ਸਵਾਦ ਹੈ, ਬੜੇ ਸਵਾਦਲੇ ਹੈ। ਸਿਤਾ ਕ੍ਰਿਤ ਬਹੁ ਉਪਰ ਪਾਏ, ਐਵੇਂ ਜਿਹੜਾ ਸਿਤਾ ਕਹੀਏ ਖੰਡ ਹੈ ਤੇ ਉਹ ਉਹਦੇ ਵਿੱਚ ਘਿਓ ਵਿੱਚ ਖੰਡ ਬਹੁਤਾ ਪਾਇਆ ਹੋਇਆ ਹੈ। ਦਦ ਸਲਵਨ ਨੀਕੇ ਮਨ ਪਾਏ, ਦਹੀਂ ਜਿਹੜਾ ਬੜਾ ਸਲੂਣਾ ਲੂਣ ਵਾਲਾ ਦਹੀਂ ਹੈ, ਚੰਗਾ ਹੀ ਮਨ ਨੂੰ ਭਾਉਣ ਵਾਲਾ, ਚੰਗਾ ਹੀ ਬਣਿਆ ਹੋਇਆ ਦਹੀਂ ਵੀ। ਸੂਖਮ ਚਾਵਰ ਪਹਿਤ ਜੋ ਚਾਹੀ, ਇਸੇ ਤਰ੍ਹਾਂ ਗੁਰੂ ਕਾ ਸਿੱਖ ਜਿਹੜਾ ਬਰੀਕ ਬਰੀਕ ਲੰਬੇ ਲੰਬੇ ਚੌਲ ਜਿਹੜੇ ਬਣੇ ਹੋਏ ਸੀ, ਚੌਲ ਤੇ ਦਾਲ ਚਾਹੁੰਦਾ ਹੈ ਜੋ ਤੁਰਤ ਪਹੁੰਚਾਵੈ ਸਭ ਕੇ ਪਾਹੀ, ਸਾਰਿਆਂ ਦੇ ਪਾਸ ਬੜੀ ਛੇਤੀ ਗੁਰੂ ਘਰ ਕੇ ਸੇਵਕ ਸੇਵਾਦਾਰ ਪਹੁੰਚਾਉਂਦੇ। ਜਿਹੜਾ ਕਹਿੰਦਾ ਵੀ ਮੈਂ ਨਹੀਂ ਕੜਾ ਮਿੱਠਾ ਖੀਰ ਖਾਣੀ, ਮੈਂ ਤੇ ਚੌਲ ਤੇ ਦਾਲ ਹੀ ਖਾਣੀ ਹੈ, ਉਹਨੂੰ ਚੌਲ ਦਾਲ ਛੇਤੀ ਦੇ ਕੇ ਪਹੁੰਚਾਉਂਦੇ ਹੈ। ਭਇਓ ਆਹਾਰ ਅਖੁੱਟ ਸਭ ਭਾਂਤੀ, ਇਸ ਤਰ੍ਹਾਂ ਗੁਰੂ ਕਾ ਲੰਗਰ ਸਭ ਤਰ੍ਹਾਂ ਨਾਲ ਹੀ ਅਖੁੱਟ ਅਮੋਕੀ ਰਿਹਾ ਹੈ। ਬਹੁਤ ਬਹੁਤ ਭੋਜਨ ਹੈ ਗੁਰੂ ਘਰ ਦਾ। ਬਿਸਮ ਪਾਏ ਗਤ ਗਿਨੈ ਨਾ ਜਾਤੀ, ਇੰਨੇ ਉੱਥੇ ਭੀੜ ਤਾਤਾ ਲੱਗਾ ਹੋਇਆ, ਦੇਖ ਦੇਖ ਕੇ ਵੀ ਲੰਗਰ ਹੀ ਨਾ ਕਿੱਥੋਂ ਰਿਹਾ, ਸਭ ਹੈਰਾਨ ਹੋ ਰਹੇ ਹੈ, ਕਿਸੇ ਕੋ ਗਤ ਰੀਤੀ ਜਾਣੀ ਨਹੀਂ ਜਾ ਰਹੀ। ਸਰਬ ਗਾਏ ਉਠੇ ਜਿਹ ਕਾਲਾ, ਜਿਸ ਸਮੇਂ ਸਾਰੇ ਲੰਗਰ ਛਕ ਕੇ ਉੱਠੇ ਹੈ, ਕਹਿਓ ਰਾਲਕ ਸੰਗ ਕਿਰਪਾਲਾ, ਜਿਸ ਸਮੇਂ ਸਾਰੇ ਰੱਜ ਪੁੱਜ ਕੇ ਉੱਠੇ ਹੈ, ਦਿਆਲੂ ਕਿਰਪਾਲੂ ਸਤਿਗੁਰੂ ਜੀ ਨੇ ਉਸ ਵੇਲੇ ਜਿਹੜੇ ਲੰਗਰ ਵਰਤਾ ਰਹੇ ਸਨ, ਸੇਵਾਦਾਰ ਰਸੋਈਏ ਲਾਂਗਰੀ, ਉਹਨਾਂ ਨੂੰ ਮਹਾਰਾਜ ਜੀ ਨੇ ਕਿਹਾ ਲਿਹੋ ਅਚਬ ਅਬ ਆਪ ਹਾਰਾ, ਕਿਹਾ ਵੀ ਹੁਣ ਸਾਰਿਆਂ ਨੇ ਛਕ ਲਿਆ ਹੈ ਤੇ ਫੇਰ ਸੰਗਤ ਆਏਗੀ,
ਉਹਨਾਂ ਚਿਰ ਤੁਸੀਂ ਸਾਰੇ ਜਿਹੜੇ ਆਪ ਵੀ ਹੁਣ ਭੋਜਨ ਛਕ ਲਓ। ਬਹੁਰ ਦੇਗ ਕੀ ਕੀਜੈ ਕਾਰਾ। ਇਹ ਗੁਰੂ ਕੇ ਲੰਗਰਾਂ ਦੀ ਜਿਹੜੀ ਹੈ ਨਾ ਤਿਆਰੀ ਕਰਨ ਦੀ ਕਾਰ ਸੇਵਾ ਉਹ ਕਰੀ ਜਾਣੀ ਹੈ। ਭਾਵ ਲੰਗਰ ਤਿਆਰ ਕਰੀ ਜਾਣਾ ਤੇ ਵਰਤਾਈ ਜਾਣਾ ਹੈ। ਅੱਜ ਜਾਮ ਜਾਮਨੀ ਲੋਗ ਜੋ ਕੋਈ। ਗੱਲ ਕੀ ਵੀ ਜੋ ਕੋਈ ਵੀ ਜਾਮ ਜਾਮਣੀ ਪੈਰ ਰਾਤ ਦੇ ਪਹਿਲੇ ਪੈਰ ਤੱਕ ਜਿਹੜਾ ਵੀ ਆਉਂਦਾ ਹੈ, ਆਵਹਿ ਜੇ ਅਚਵਾਉ ਰਸੋਈ। ਜਿਹੜਾ ਵੀ ਆਉਂਦਾ ਪਹਿਰ ਰਾਤ ਬੀਤੀ ਤੱਕ ਉਸ ਨੂੰ ਜਿਹੜਾ ਛਕਾਈ ਜਾਓ ਭੋਜਨ। ਅਸ ਕਹਿ ਧਰਮਸਾਲ ਪ੍ਰਭ ਆਏ। ਇਸ ਤਰ੍ਹਾਂ ਕਹਿ ਕੇ ਗੁਰੂ ਕੇ ਲੰਗਰਾਂ ਵਿੱਚ ਮਹਾਰਾਜ ਫਿਰ ਧਰਮਸ਼ਾਲਾ ਜਿੱਥੇ ਦਰਸ਼ਨ ਦਿੰਦੇ ਬੈਠ ਕੇ ਕਥਾ ਕੀਰਤਨ ਹੁੰਦਾ ਉੱਥੇ ਆਏ ਹੈ। ਬੈਠੇ ਨਰ ਦਰਸਹਿ ਸੁਖ ਪਾਏ। ਆਪ ਮਹਾਰਾਜ ਸੋਹਣੇ ਆਸਨਾਂ ਦੇ ਬੈਠੇ ਹੋਏ ਹੈ। ਗੁਰੂ ਕੇ ਸਿੱਖ ਸੇਵਕ ਦਰਸ਼ਨ ਕਰਦੇ ਹੈ ਤੇ ਸੁਖ ਪਾਉਂਦੇ ਹੈ। ਦੂਰ ਦੂਰ ਲੋ ਸੁਧ ਅਸ ਹੋਈ। ਇਧਰੋਂ ਦੂਰ ਦੂਰ ਤੱਕ ਤੇ ਇਸ ਤਰ੍ਹਾਂ ਦੀ ਖਬਰ ਸਾਰ ਸੁਧ ਹੋਈ ਹੈ। ਲਗੇ ਸਮਾਵਨ ਜਗ ਗੁਰ ਜੋਈ। ਇਹ ਜੋ ਜਗਤ ਦੇ ਗੁਰੂ ਹੈ ਗੁਰੂ ਨਾਨਕ ਸਾਹਿਬ ਜੀ ਉਹ ਤਾਂ ਵੀ ਜੋਤੀ ਜੋ ਸਮਾਉਣ ਲੱਗੇ ਐ। ਸੁਨ ਸੁਨ ਧਨੀ ਸ਼ਾਹ ਜੇ ਰਾਜਾ। ਇਹ ਬਚਨ ਸੁਣ ਸੁਣ ਕੇ ਕੋਈ ਧਨੀ ਸ਼ਾਹੂਕਾਰ ਵੱਡਾ ਧਨਾੜ ਜਾਂ ਕੋਈ ਰਾਜਾ ਜਿਹੜਾ ਵੀ ਹੈ, ਤੂਰਨ ਆਵਹਿ ਤਜ ਤਜ ਕਾਜਾ। ਆਪਣੇ ਕੰਮਾਂ ਨੂੰ ਛੱਡ ਛੱਡ ਕੇ ਬੜੀ ਛੇਤੀ ਆਉਂਦੇ ਐ। ਇਹ ਤੇ ਸੁਭਾਵਿਕ ਗੱਲ ਹੈ ਵੀ ਅੱਜ ਕੱਲ੍ਹ ਵੀ ਕੋਈ ਸੰਤ ਮਹਾਤਮਾ ਇਵੇਂ ਚੜ੍ਹਾਈ ਕਰ ਜਾਏ ਤੇ ਬਹੁਤ ਉੱਥੇ ਜਿਹੜੇ ਉਹਨਾਂ ਨਾਲ ਪ੍ਰੇਮ ਕਰਨ ਵਾਲੇ ਸਭ ਆਉਂਦੇ ਹੈ। ਇੱਧਰ ਤੇ ਹੁਣ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਹੈ ਜਿਨ੍ਹਾਂ ਦੇ ਸਹਾਰੇ ਸਭ ਧਨੀ ਧਨਾੜ ਰਾਜੇ ਮਹਾਰਾਜੇ। ਜਦੋਂ ਉਹਨਾਂ ਨੇ ਸੁਣਿਆ ਵੀ ਗੁਰੂ ਨਾਨਕ ਸਾਹਿਬ ਤੇ ਪਰਮੇਸ਼ਰ ਰੂਪ ਅੱਜ ਜੋਤੀ ਜੋ ਸਮਾ ਜਾਣਾ ਇੱਕ ਦੋ ਦਿਨਾਂ ਨੂੰ, ਸੁਣ ਸੁਣ ਕੇ ਸਭ ਆ ਰਹੇ ਹੈ ਦੌੜੇ ਦੌੜੇ। ਆਪਣੇ ਕੰਮ ਛੱਡ ਛੱਡ ਕੇ ਕੰਮ ਧੰਦੇ ਸਭ ਉੱਥੇ ਵਿਸ਼ਰਾਮ ਦੇ ਦਿੱਤਾ, ਛੱਡ ਦਿੱਤੇ ਹੈ। ਹਿੰਦੂ ਤੁਰਕ ਸੁਨਹਿ ਜੇ ਕੋਈ। ਜੇ ਕੋਈ ਹਿੰਦੂ ਸੁਣਦਾ ਹੈ ਜਾਂ ਮੁਸਲਮਾਨ ਸੁਣਦਾ ਇਸ ਗੱਲ ਨੂੰ, ਆਵਹਿ ਤਾਏ ਦੇਖ ਹੈ ਸੋਈ। ਉਹ ਵੀ ਦੌੜ ਦੌੜ ਕੇ ਆਉਂਦੇ ਹੈ ਤੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਵੀ ਅੰਤਲਾ ਦਰਸ਼ਨ ਹੈ ਕਿਤੇ ਭਾਗੇ ਹੀ ਨਾ ਰਹਿ ਜਾਈਏ, ਗੁਰੂ ਕਾ ਦਰਸ਼ਨ ਕਰ ਲਈਏ। ਪਾਰਸ ਲੈਨ ਰੰਕ ਜਿਮ ਦੌਰੇ। ਜਿਵੇਂ ਕਵੀ ਜੀ ਕਹਿੰਦੇ ਜਿਵੇਂ ਕੋਈ ਕੰਗਲਾ ਕੰਗਾਲ ਵਿਚਾਰਾ ਪਾਰਸ ਦੀ ਵੱਟੀ ਲੈਣ ਲਈ ਦੌੜੇ। ਆਵਹਿ ਮਗ ਗੁਰ ਕੋ ਆਵਹਿ ਮਗ ਗੁਰ ਕੇ ਚੌਫੇਰੇ। ਐਵੇਂ ਕਰਤਾਰਪੁਰ ਸਾਹਿਬ ਦੇ 4 ਚੁਫੇਰੇ ਦੇ ਜਿੰਨੇ ਰਸਤੇ ਹੈ ਸਿੱਖ ਸੰਗਤ ਟੋਲਿਆਂ ਦੇ ਟੋਲੇ ਵੱਧ ਚੜ ਕੇ ਆ ਰਹੇ ਹੈ। ਨਰ ਨਾਰੀ ਔਰ ਧਾਰ ਹੁਲਾਸੋ। ਭਾਵੇਂ ਕੋਈ ਮਾਈ ਹੈ ਭਾਵੇਂ ਕੋਈ ਪੁਰਸ਼ ਹੈ, ਐਵੇਂ ਸਭ ਮਾਈ ਭਾਈ ਹਿਰਦੇ ਵਿੱਚ ਗੁਰੂ ਕੇ ਦਰਸ਼ਨਾਂ ਦਾ ਬੜਾ ਹੀ ਆਨੰਦ ਧਾਰ ਕੇ। ਪੇ ਬਿਰਕਤ ਸਮ ਤਜੇ ਅਵਾਸੋ। ਪੇ ਬਰਕਤ ਸਾਰੇ ਦੇ ਆਪਣੇ ਘਰਾਂ ਨੂੰ ਛੱਡ ਕੇ ਤੇ ਬਰਕਤੀਆਂ ਵਾਂਗੂ ਤਿਆਗੀ ਹੋ ਗਏ, ਤਿਆਗ ਹੀ ਕਰ ਦਿੱਤਾ ਘਰਾਂ ਦਾ। ਗ੍ਰਾਮ ਨਗਰ ਜਹਾਂ ਤਹਾਂ ਸੁਧ ਹੋਈ। ਜਿੱਥੇ ਵੀ ਜਿਸ ਨਗਰ ਸ਼ਹਿਰ ਪਿੰਡ ਵਿੱਚ ਖਬਰ ਸਾਰ ਹੋਈ ਹੈ ਵੀ ਗੁਰੂ ਨਾਨਕ ਸਾਹਿਬ ਜੀ ਤੇ ਇਸ ਤਰ੍ਹਾਂ ਜੋਤੀ ਜੋ ਸਮਾਉਣ ਲੱਗੇ ਹੈ ਤੇ ਉਹ ਸਭ ਆਪਣੇ ਘਰਾਂ ਨੂੰ ਛੱਡ ਕੇ ਤਿਆਗੀ ਹੋ ਗਏ, ਜਿਵੇਂ ਤਿਆਗੀ ਘਰ ਛੱਡ ਕੇ ਚਲਿਆ ਜਾਂਦਾ ਹੈ। ਟੋਨਾ ਕਰ ਮੋਹੇ ਜਨ ਸੋਈ। ਮਾਨੋ ਕਿ ਉਹ ਤੇ ਐਵੇਂ ਆ ਰਹੇ ਜਿਵੇਂ ਨਾ ਕਿਸੇ ਨੇ ਟੂਣਾ ਕਰ ਦਿੱਤਾ ਹੋਵੇ ਤੇ ਟੂਣੇ ਕੀਤੇ ਹੋਏ ਤੇ ਮੋਹਿਆ ਹੋਇਆ ਕੋਈ ਆਉਂਦਾ। ਐਵੇਂ ਮਾਨੋ ਟੂਣੇ ਕਰਕੇ ਗੁਰੂ ਕੇ ਜਿਹੜੇ ਦਰਸ਼ਨ ਕਰਨੇ ਟੂਣਾ ਹੀ ਮਾਨੋ ਹੋ ਗਿਆ ਉਹਨਾਂ ਨੂੰ ਤੇ ਮੋਹੇ ਹੋਏ ਭੱਜੇ ਆਉਂਦੇ ਕਰਤਾਰਪੁਰ ਸਾਹਿਬ ਨੂੰ। ਬਰਜੇ ਰਹਿ ਨਾ ਕਿਸੂ ਪ੍ਰਕਾਰਾ। ਕਿਸੇ ਤਰ੍ਹਾਂ ਵੀ ਜੇ ਕੋਈ ਰੋਕਦਾ ਤੇ ਰੋਕੇ ਨਹੀਂ ਰਹਿੰਦੇ, ਕਹਿੰਦੇ ਨਹੀਂ ਨਹੀਂ ਭਾਈ ਮੈਂ ਤੇ ਜਾਣਾ ਹੀ ਜਾਣਾ ਦਰਸ਼ਨਾਂ ਨੂੰ। ਆਵਹਿ ਗਮਨੇ ਪੁਰ ਕਰਤਾਰਾ। ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ, ਉੱਥੇ ਐਵੇਂ ਦੌੜੇ ਦੌੜੇ ਚੱਲੇ ਆਉਂਦੇ ਐ। ਜਿਨ ਕੋ ਸ਼ਕਤ ਚਲਨ ਮਗ ਨਾਹੀ। ਜਿਨ੍ਹਾਂ ਦੇ ਅੰਦਰ ਚੱਲਣ ਦੀ ਸ਼ਕਤੀ ਨਹੀਂ ਨਾ ਹੈਗੀ ਵੀ ਚੱਲ ਨਹੀਂ ਸਕਦੇ। ਦੁਰਬਲ ਅੰਗਹੀਨ ਜੇ ਆਹੀ। ਜਿਹੜੇ ਅੰਗਾਂ ਤੋਂ ਹੀਣੇ ਵਿਚਾਰੇ ਕੋਈ ਲੰਗੜੇ ਪਿੰਗਲੇ ਜੇ ਹੈ ਜਾਂ ਕੋਈ ਦੁਰਬਲ ਕਮਜ਼ੋਰ ਹੈ ਲਿੱਸੇ ਹੈ
ਘੱਟ ਹੀ ਤੁਰ ਫਿਰ ਸਕਦੇ ਹਨ। ਦੋਹਰਾ ਬਾਤ ਸੁਨ ਹੈ ਜਿਸ ਨਿਕਟ ਤੇ। ਉਹ ਜਿਸ ਸਿੱਖ ਕੋਲੋਂ ਵੀ ਇਹ ਗੱਲ ਸੁਣਦੇ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੀ। ਸ਼ਰਵਨ ਦੁਆਰਾ ਸੋਏ। ਆ ਸਰਵਣ ਰੂਪ ਦਰਵਾਜ਼ਾ ਜਿਹੜਾ ਕੰਨ ਰੂਪੀ ਦਰਵਾਜ਼ਾ ਹੈ, ਇਸ ਦੁਆਰੇ ਨਾਲ ਜੋ ਵੀ ਕੋਈ ਸੁਣਦਾ ਹੈ ਨਾ ਕਿਸੇ ਕੋਲੋਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋ ਸਮਾ ਜਾਣਗੇ ਹੁਣ 1-2 ਦਿਨ ਵਿੱਚ ਹੀ। ਪਾਵਤ ਬਲ ਜਨ ਤਨ ਬਿਖੈ। ਮਾਨੋ ਕਿ ਉਹਨਾਂ ਸਰੀਰ ਵਿੱਚ ਆ ਜਿਹੜਾ ਸੁਣਿਆ ਵੀ ਮਹਾਰਾਜ ਜੋਤੀ ਜੋ ਸਮਾਉਣ ਲੱਗੇ ਹੈ, ਇਹ ਮਾਨੋ ਉਹਨਾਂ ਨੇ ਬਲ ਪਾ ਲਿਆ। ਉਹਨਾਂ ਜਿਹੜੇ ਕਮਜ਼ੋਰ ਹੈ, ਜਿਹੜੇ ਚੱਲ ਨਹੀਂ ਸਕਦੇ, ਸਰੀਰ ਵਿੱਚ ਉਹਨਾਂ ਨੇ ਬਲ ਹੀ ਪਾ ਲਿਆ। ਇਹ ਮਾਨੋ ਚਲਨ ਹਰਖ ਮਨ ਹੋਏ। ਮਨ ਵਿੱਚ ਬੜੀ ਖੁਸ਼ੀ ਹੁੰਦੀ ਹੈ ਤੇ ਚੱਲਣ ਲਈ ਤਿਆਰ ਹੋ ਜਾਂਦੇ ਵੀ ਅਸਾਂ ਨੇ ਗੁਰੂ ਦਾ ਦਰਸ਼ਨ ਕਰਨਾ ਹੈ। ਚੌਪਈ ਬਿਦਤ ਭਾਈ ਸੁਧ ਜਹ ਤਹ ਸਾਰੇ। ਜਿੱਥੇ ਕਿੱਥੇ ਵੀ ਸਾਰੇ ਖਬਰਸਾਰ ਹੋ ਗਈ ਸੀ। ਲੱਗੇ ਤਜਨ ਤਨ ਪ੍ਰਥਮ ਉਚਾਰੇ। ਕਿ ਗੁਰੂ ਨਾਨਕ ਸਾਹਿਬ ਇੱਕ ਐਸੇ ਬਲੀ ਹੈ, ਪਰਮੇਸ਼ਰ ਰੂਪ ਸ਼ਕਤੀ ਵਾਲੇ ਹੈ ਵੀ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਵੀ ਅਸੀਂ ਜਿਹੜਾ ਸਰੀਰ ਛੱਡ ਕੇ ਸੱਚਖੰਡ ਜਾਣ ਲੱਗੇ ਹਾਂ। ਜਿਹ ਸੁਣੀ ਸ਼ਕਤ ਜਿਹ ਆਵਨਾ। ਜਿੱਥੇ ਜਿੱਥੇ ਵੀ ਜਿਸ ਕੋਈ ਨੇ ਵੀ ਗੱਲ ਸੁਣੀ ਹੈ ਤੇ ਜਿਸ ਵਿੱਚ ਹੀ ਆਉਣ ਦੀ ਸ਼ਕਤੀ ਤਾਕਤ ਹੈ ਸੀ। ਧਾਏ ਨਰ ਨਿਜ ਦੇਵ ਧਾਏ ਨਰ ਨਿਜ ਦੋਖ ਨਸਾਵਨਾ। ਵੀ ਆਪਣੇ ਜਿਹੜੇ ਦੋਸ਼ ਗੁਨਾਹ ਔਗਣ ਉਹ ਨਸਾਉਣ ਵਾਸਤੇ, ਨਾਸ ਕਰਨ ਵਾਸਤੇ ਉਹ ਪੁਰਸ਼ ਕੁਝ ਨਹੀਂ ਦੇਖਿਆ, ਬਸ ਕਰਤਾਰਪੁਰ ਸਾਹਿਬ ਨੂੰ ਧਾਏ ਦੌੜੇ ਹਨ। ਸ੍ਰੀ ਮੁਖ ਸੋ ਅਸ ਆਇਸ ਹੋਈ। ਇੱਧਰ ਸੰਗਤ ਦਾ ਤਾਤਾ ਲੱਗਾ, ਸੰਗਤ ਬੜੀ ਹੈ। ਉੱਧਰ ਗੁਰੂ ਨਾਨਕ ਸਾਹਿਬ ਜੀ ਦੇ ਸੋਭਾ ਵਾਲੇ ਮੁਖ ਤੋਂ ਗੁਰੂ ਕੇ ਸਿੱਖਾਂ ਨੂੰ ਐਸੀ ਆਗਿਆ ਹੋਈ ਹੈ। ਦੇਗ ਹਾਰ ਅਚਾ ਸਭ ਕੋਈ। ਵੀ ਸਿੱਖੋ ਜਾ ਕੇ ਕਹਿ ਦਿਓ ਸਭ ਸੰਗਤ ਨੂੰ ਵੀ ਸਭ ਕੋਈ ਜੋ ਵੀ ਆ ਰਹੇ ਹੈ, ਜਿਹੜਾ ਭੋਜਨ ਪ੍ਰਸ਼ਾਦਾ ਉਹ ਗੁਰੂ ਕੇ ਲੰਗਰਾਂ ਵਿੱਚੋਂ ਹੀ ਛਕਣਾ ਹੈ। ਨੀਚ ਕੇ ਊਚ ਰਾਏ ਕਾ ਰਾਨਾ। ਭਾਵੇਂ ਕੋਈ ਨੀਚ ਜਾਤੀ ਦਾ ਹੈ, ਭਾਵੇਂ ਕੋਈ ਉੱਚੀ ਜਾਤੀ ਦਾ ਹੈ, ਕੋਈ ਰਾਜਾ ਹੈ ਜਾਂ ਰਾਣਾ ਹੈ, ਆਪਣਾ ਨਹੀਂ ਬਣਾਉਣਾ। ਵੀ ਜਿਵੇਂ ਰਾਜੇ ਹੋਣ ਜਿਨ੍ਹਾਂ ਕੋਲ ਰਸਤਾਂ ਬਸਤਾਂ ਹੁੰਦੀਆਂ ਤੋਂ ਵੱਖਰੇ ਤੰਬੂ ਲਾ ਕੇ ਬੈਠ ਜਾਣ। ਮਹਾਰਾਜ ਨੇ ਸਿੱਖਾਂ ਨੂੰ ਕਹਿ ਦਿੱਤਾ ਵੀ ਕਿਸੇ ਨੇ ਵੀ ਭੋਜਨ ਆਪਣਾ ਨਹੀਂ ਤਿਆਰ ਕਰਕੇ ਛਕਣਾ ਹੈ, ਇੱਥੇ ਗੁਰੂ ਕੇ ਲੰਗਰਾਂ ਵਿੱਚੋਂ ਹੀ ਭੋਜਨ ਛਕਣਾ ਹੈ। ਭੋਜਨ ਖਾਏ ਦੇਗ ਤੇ ਨਾਨਾ। ਗੁਰੂ ਕੇ ਲੰਗਰਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਭੋਜਨ ਤਿਆਰ ਹੋਏ ਹੈ, ਉਹੀ ਛਕੇ ਖਾਏ। ਆਪਣਾ ਕੋ ਨਾ ਕਰਹਿ ਪੁਰ ਆਏ। ਕਿਉਂਕਿ ਇੱਥੇ ਕਰਤਾਰਪੁਰ ਸਾਹਿਬ ਵਿੱਚ ਆ ਕੇ ਕੋਈ ਵੀ ਆਪਣਾ ਜਿਹੜਾ ਭੋਜਨ ਨਾ ਤਿਆਰ ਕਰੇ, ਆਪਣਾ ਨਾ ਬਣਾਵੇ ਵੱਖਰਾ। ਸੁਨ ਸਿੱਖਨ ਸਭ ਹੂੰ ਨਾ ਸੁਨਾਏ। ਸਭ ਹੂਨ ਸੁਨਾਏ। ਸੁਣ ਕੇ ਗੁਰੂ ਕੇ ਸਿੱਖਾਂ ਨੇ ਗੁਰੂ ਕੀ ਆਗਿਆ ਸਾਰਿਆਂ ਨੂੰ ਇਹ ਸੁਣਾ ਦਿੱਤਾ, ਭਾਈ ਮਹਾਰਾਜ ਜੀ ਦਾ ਐਸਾ ਹੁਕਮ ਹੈ ਵੀ ਭੋਜਨ ਲੰਗਰਾਂ 'ਚੋਂ ਹੀ ਛਕਣਾ ਹੈ। ਅਸ਼ਟਮ ਦਿਵਸ ਬਤੀਤਿਓ ਸੋਈ। ਇਸ ਤਰ੍ਹਾਂ ਜੋ ਅੱਸੂ ਵਧੀ 8ਵੀਂ ਥਿਤ ਹੈ ਉਹ ਤੇ ਇਸੇ ਤਰ੍ਹਾਂ ਬਤੀਤ ਹੋ ਗਿਆ। ਸਾਰਾ ਦਿਨ ਲੰਗਰਾਂ ਵਿੱਚ ਹੀ ਲੰਘ ਗਿਆ, ਸਿੱਖ ਸੰਗਤ ਆਈ ਗਈ। ਸ੍ਰੀ ਗੁਰ ਨਿਕਟ ਭੀੜ ਬਹੁ ਹੋਈ। 8ਵੀਂ ਥਿਤ ਵਾਲੇ ਦਿਨ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਤੇ ਬਹੁਤ ਜ਼ਿਆਦਾ ਹੀ ਸੰਗਤ ਦੀ ਭੀੜ ਹੋ ਗਈ। ਏਕ ਸਹਸ ਦੋ ਸਹਸ ਕੇ ਟੋਲਾ। ਐਵੇਂ 1,000 ਸੰਗਤ ਦਾ ਟੋਲਾ, ਕਿਤੇ 2,000 ਸੰਗਤ ਦਾ ਟੋਲਾ, ਐਵੇਂ ਜੱਥਿਆਂ ਦੇ ਜੱਥੇ ਬੇਅੰਤ ਬੇਨਤੀ ਆ ਰਹੇ ਸਨ। ਆਏ ਹਟ ਹੈ ਕਰ ਦਰਸ ਅਮੋਲਾ। ਜੋ ਗੁਰੂ ਕਾ ਅਮੋਲਕ ਦਰਸ਼ਨ ਹੈ ਉਹ ਆਣ ਕੇ ਕਰਦੇ, ਦਰਸ਼ਨ ਕਰਕੇ ਹਟ ਜਾਂਦੇ, ਪਿੱਛੇ ਪਿੱਛੇ ਹੋ ਜਾਂਦੇ ਹੈ। ਮਿਲ ਹੈ ਪਰਸ ਪਰਸ ਜਸ ਸੁਨਾਵਹ। ਆਪੋ ਵਿੱਚ ਮਿਲ ਜੁਲ ਕੇ ਗੁਰੂ ਕਾ ਸ੍ਰੇਸ਼ਟ ਜਸ ਇੱਕ ਦੂਸਰੇ ਨੂੰ ਸੁਣਾਉਂਦੇ ਹੈ। ਸ੍ਰੀ ਨਾਨਕ ਗਾਵਹ। ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਧੰਨ ਹੋ। ਸੋਭਾ ਵਾਲੇ ਸਤਿਗੁਰੂ ਨਾਨਕ ਸਾਹਿਬ ਜੀ ਤੁਸੀਂ ਧੰਨ ਹੋ। ਸ਼੍ਰੋਮਣੀ ਗੁਰੂ ਨਾਨਕ ਸਾਹਿਬ ਜੀ ਤੁਸੀਂ ਧੰਨ ਹੋ। ਸ਼੍ਰੋਮਣੀ ਗੁਰੂ ਨਾਨਕ ਸਾਹਿਬ ਜੀ ਤੁਸੀਂ ਧੰਨ ਹੋ। ਜੈ ਜੈਕਾਰ ਜਹਾਂ ਤਹ ਹੋਵਤ। ਕਰਤਾਰਪੁਰ ਸਾਹਿਬ ਵਿੱਚ ਜਿੱਥੇ ਕਿੱਥੇ ਸੰਗਤਾਂ ਖੜੀਆਂ ਬੈਠੀਆਂ, ਬਸ ਗੁਰੂ ਨਾਨਕ ਸਾਹਿਬ ਜੀ ਦੀ ਜੈ ਜੈਕਾਰ ਹੀ ਕਰ ਰਹੇ, ਜੈ ਜੈਕਾਰ ਹੀ ਹੋ ਰਹੀ ਹੈ। ਮਨ ਹਾਂ ਕੁਕਰ ਮਨ ਕੀ ਮਲ ਧੋਵਤ। ਜੋ ਗੁਰੂ ਕੀ ਸੰਗਤ ਮਹਾਰਾਜ ਜੀ ਨੂੰ ਧੰਨ ਕਹਿ ਰਹੀ ਹੈ, ਜੈ ਜੈਕਾਰ ਕਰ ਰਹੀ ਹੈ। ਕਵੀ ਸਾਹਿਬ ਜੀ ਕਹਿੰਦੇ ਮਾਨੋ ਜਿਹੜੇ ਖੋਟੇ ਕਰਮ ਕਿਸੇ
ਪਿਛਲੇ ਜਨਮਾਂ 'ਚ ਕਿਤੇ ਹੋਏ ਆ, ਉਹਨਾਂ ਦੀ ਮੈਲ ਹੀ ਉਹ ਧੋ ਰਹੇ ਆ ਗੁਰੂ ਕੇ ਸਿੱਖ ਜਸ ਕਰਕੇ। ਦੇਖਹਿ ਕਰਨਾ ਦ੍ਰਿਸ਼ਟ ਕਿਰਪਾਲਾ, ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਬੜੀ ਕਿਰਪਾ ਮਿਹਰ ਭਰੀ ਦ੍ਰਿਸ਼ਟੀ ਨਾਲ ਹੀ ਸੰਗਤ ਵੰਨੀ ਦੇਖਦੇ ਤੱਕਦੇ ਆ। ਜਸ ਇੱਛਾ ਤਸ ਪੁਰਹਿ ਦਿਆਲਾ, ਜਿਸ ਤਰ੍ਹਾਂ ਕਿਸੇ ਸਿੱਖ ਦੀ ਇੱਛਾ ਹੁੰਦੀ ਹੈ ਉਸੇ ਤਰ੍ਹਾਂ ਦਿਆਲੂ ਕਿਰਪਾਲੂ ਮਹਾਰਾਜ ਪੂਰੀ ਕਰ ਦਿੰਦੇ ਆ। ਵਿਪਰ ਬੈਸ ਖਤਰੀ ਬਹੁ ਆਏ, ਉੱਥੇ ਬੜੇ ਤਗੜੇ ਬ੍ਰਾਹਮਣ ਵੇਦ ਪਾਠੀ ਬੈਸ ਜਿਹੜੇ ਆ ਬੈਸ ਆਏ ਆ, ਖੱਤਰੀ ਬਹੁਤੇ ਆਏ ਆ। ਸ਼ੂਦਰ ਤੁਰਕ ਭੀਰ ਧਰ ਅਪਾਏ, ਐਵੇਂ ਸ਼ੂਦਰ ਵੀ ਮੁਸਲਮਾਨਾਂ ਦੀ ਭੀੜ ਵੀ ਬਹੁਤ ਪ੍ਰੇਮ ਧਰ ਧਰ ਕੇ ਬਹੁਤਾ ਦੇ ਪ੍ਰੇਮ ਰੱਖ ਰੱਖ ਕੇ ਆਏ ਹੋਏ। ਜੇ ਮੁਲਤਾਨ ਮਦੀਨੇ ਮਾਹੀ, ਇੱਧਰ ਸ਼ਮਸ ਤਬਰੇਜ਼ ਵਰਗੇ ਜਿਹੜੇ ਮੁਲਤਾਨ ਵਿੱਚ ਹੋਰ ਪੀਰ ਰਹੇ ਸਨ। ਮੁਲਤਾਨ ਦੇ ਪੀਰ, ਮਦੀਨਾ ਜਿੱਥੇ ਮੁਹੰਮਦ ਸਾਹਿਬ ਦੀ ਕਬਰ ਹੈ ਤੇ ਉੱਥੇ ਉਹ ਮਦੀਨੇ ਵਿੱਚ ਵੀ ਮੱਕੇ ਪੀਰ ਸ਼ਕਤ ਧਰ ਆਹੀ, ਜਿਹੜੇ ਮੱਕੇ ਕਾਬੇ ਮੰਦਿਰ ਵਿੱਚ ਪੀਰ ਰਹਿੰਦੇ ਤੇ ਬੜੀ ਸ਼ਕਤੀ ਤਾਕਤ ਰੱਖਦੇ ਆਪਣੇ ਵਿੱਚ। ਗੁਰ ਸੁਧ ਸੁਨਤ ਬੇਗ ਸੋ ਆਏ, ਗੁਰੂ ਸਾਹਿਬ ਜੀ ਦੇ ਜੋਤੀ ਜੋ ਸਮਾਉਣ ਦੀ ਸੁਧ ਖਬਰ ਸੁਣ ਕੇ ਵੀ ਮਹਾਰਾਜ ਜੋਤੀ ਜੋ ਸਮਾ ਜਾਣਗੇ। ਉਹ ਬੜੀ ਛੇਤੀ ਨਾਲ ਆਪਣੀ ਸ਼ਕਤੀ ਨਾਲ ਹੀ ਆਏ। ਉਹ ਬੜੇ ਤਾਕਤਾਂ ਵਾਲੇ ਸਨ ਜਿਹੜੇ ਇੱਥੋਂ ਗੁਪਤ ਹੋ ਕੇ ਕਿਤੇ ਦੇ ਕਿਤੇ ਚਲੇ ਜਾਂਦੇ ਸਨ। ਉਹ ਵੀ ਉਸ ਵੇਲੇ ਸਾਰੇ ਹੀ ਆਏ ਹੈ। ਦਰਸ਼ਨ ਕਰਹਾਂ ਜਨਮ ਫਲ ਪਾਏ, ਮਹਾਰਾਜ ਦਾ ਦਰਸ਼ਨ ਕਰਦੇ ਆਪਣਾ ਮਨੁੱਖ ਜਨਮ ਧਾਰੇ ਦਾ ਫਲ ਪਾ ਰਹੇ ਸਭ। ਸਫਲ ਨਾਨਕ ਸਫਲ ਜਨਮ ਜੈ ਘਟ ਉੱਠਾ ਸਚ ਧਨੀ, ਜਿਨ੍ਹਾਂ ਦੇ ਹਿਰਦਿਆਂ ਵਿੱਚ ਸੱਚਾ ਧਨੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਵਸਿਆ ਹੋਇਆ ਹੈ, ਉਹਨਾਂ ਦਾ ਜਨਮ ਸਫਲ ਹੈ। ਐਸੇ ਸਭ ਇਹ ਮੁਲਤਾਨ ਦੇ, ਕਾਬੇ ਦੇ, ਮਦੀਨੇ ਦੇ ਪੀਰ ਜਿੱਥੇ ਜਿੱਥੇ ਵੀ ਕਿਤੇ ਹੈ ਸ਼ਕਤੀਆਂ ਰੱਖਣ ਵਾਲੇ ਮਹਾਂਪੁਰਸ਼ ਗਿਆਨੀ ਫਕੀਰ ਵੱਡੇ ਸਭ ਆਏ ਹੈ। ਅੰਬੀਏ ਬਾਹਰ ਔਲੀਏ ਜਾਈ, ਅੰਬੀਏ ਕਹੀਏ ਜਿਹੜੇ ਉੱਚੇ ਫਕੀਰ ਹੈ, ਔਲੀਏ ਵੱਡੀ ਤਾਕਤ ਰੱਖਣ ਵਾਲੇ ਜੋ ਹਨ। ਉਤੇ ਪੈਗੰਬਰ ਆਏ ਤੇ, ਜਿਹੜੇ ਜਿਨ੍ਹਾਂ ਨੂੰ ਖੁਦਾ ਵੱਲੋਂ ਪੈਗਾਮ ਮਿਲਦਾ ਵੀ ਜਾ ਕੇ ਸੰਸਾਰ ਵਿੱਚ ਆਹ ਸਾਡਾ ਸੁਨੇਹਾ ਦਿਓ, ਜਿਹੜੇ ਸੰਸਾਰ ਵੱਲੋਂ ਪੈਗਾਮ ਲਿਆਉਂਦੇ ਆ ਉਹ ਪੈਗੰਬਰ ਹੀ ਉੱਥੇ ਬਹੁਤ ਆਏ ਹੋਏ। ਮੁਹੰਮਦ ਸਾਹਿਬ ਸਭ ਇਤਿਹਾਦਿਕ ਜਿੰਨੇ ਪੈਗੰਬਰ ਹਨ ਵੱਡੇ ਵੱਡੇ, ਸਭ ਕੋ ਆਏ ਸਖਾਨ ਆਹਾਰਾ, ਸਾਰਿਆਂ ਨੂੰ ਆਗਿਆ ਹੈ ਮਹਾਰਾਜ ਦੀ ਭੋਜਨ ਛਕਣ ਦੀ। ਵਰਤਾ ਦੇਗ ਸੋ ਪ੍ਰਥਮ ਪ੍ਰਕਾਰਾ, ਭਾਵੇਂ ਕੋਈ ਮੁਸਲਮਾਨ ਪੀਰ ਹੈ, ਭਾਵੇਂ ਕੋਈ ਹਿੰਦੂ ਹੈ, ਕੋਈ ਉੱਚੀ ਜਾਤੀ ਦਾ, ਨੀਚ ਜਾਤੀ ਦਾ, ਗੁਰੂ ਸਾਹਿਬ ਜੀ ਦੀ ਸਭ ਨੂੰ ਆਗਿਆ ਹੈ ਭੋਜਨ ਛਕਣ ਦੀ ਵੀ ਗੁਰੂ ਕੇ ਲੰਗਰਾਂ ਵਿੱਚੋਂ ਹੀ ਛਕਣਾ ਹੈ। ਐਵੇਂ ਵਰਤੈ ਦੇਗ ਸੋ ਪ੍ਰਥਮ ਪ੍ਰਕਾਰਾ, ਜਿਵੇਂ ਪਹਿਲਾਂ ਗੁਰੂ ਕਾ ਲੰਗਰ ਚੱਲਦਾ ਨਾ ਇੱਕ ਰਸ, ਇਸੇ ਤਰ੍ਹਾਂ ਹੁਣ ਵਰਤ ਰਿਹਾ ਹੈ। ਸੰਗਤ ਦੀ ਕੋਈ ਕਮੀ ਨਹੀਂ ਹੈ, ਲੰਗਰ ਦੀ ਵੀ ਕੋਈ ਕਮੀ ਨਹੀਂ ਹੈ। ਜਦਪ ਅਨਗਨ ਮਾਨਵ ਭੀਰੰ, ਜਦਪ ਅਨਗਨ ਮਾਨਵ ਭੀਰੰ, ਕਵੀ ਸਾਹਿਬ ਜੀ ਕਹਿੰਦੇ ਭਾਵੇਂ ਕਿ ਅਣਗਿਣਤੀ ਗੁਰੂ ਕੇ ਸਿੱਖ ਸੇਵਕਾਂ ਮਰੀਦਾਂ ਦੀ ਭੀੜ ਸੀ ਉੱਥੇ, ਟੋਟ ਨਾ ਆਵਤ ਭਾਈ ਗਹੀਰੰ, ਫੇਰ ਵੀ ਕਹਿੰਦੇ ਦੇਗ ਗੁਰੂ ਕੀ ਅਟੋਟੀ ਹੋ ਗਈ, ਕੋਈ ਟੋਟਾ ਨਹੀਂ ਆਇਆ, ਟੋਟ ਨਾ ਆਵੇ ਵਾਧੋ ਜਾਈ ਵਾਲੀ ਅਵਸਥਾ ਹੋਈ ਸੀ। ਦੇਖਤ ਬਿਸਮੈ ਹੋਇ ਨ ਰਜਾਹੀ, ਜਿੱਥੇ ਜਿਹੜੇ ਹੈ ਨਾ ਪੁਰਸ਼ ਜਿੰਨੇ ਵੀ ਉੱਥੇ ਸਨ ਦੇਖ ਦੇਖ ਕੇ ਅਸਚਰਜੀ ਹੋਈ ਜਾਂਦੇ ਸਨ। ਇਤੋ ਆਹਾਰ ਆਏ ਕਿਸ ਥਾਹੀ, ਕਹਿੰਦੇ ਵੀ ਸੰਗਤ ਵੇਖੋ ਇੰਨੀ ਸੰਗਤ ਹੈ, ਇੰਨੀ ਸੰਗਤ ਹੈ ਤੇ ਇੰਨਾ ਜਿਹੜਾ ਭੋਜਨ ਹੈ ਵੀ ਉਹ ਕਿੱਥੋਂ ਕਿਸ ਥਾਂ ਤੋਂ ਆਈ ਜਾ ਰਿਹਾ, ਕਿੱਥੋਂ ਆ ਰਿਹਾ ਇੰਨਾ ਭੋਜਨ ਲੰਗਰ। ਲਖ ਨਾ ਸਕੈ ਸਭ ਕੀ ਮਤ ਹਾਰੀ, ਜਾਣ ਹੀ ਨਹੀਂ ਸੀ ਸਕੇ ਨਾ ਜਾਣ ਹੀ ਸਕਦੇ ਸਨ, ਸਭ ਦੀ ਮਤ ਬੁੱਧੀ ਹਾਰ ਗਈ ਵੀ ਇੰਨਾ ਗੁਰੂ ਕਾ ਲੰਗਰ ਆ ਕਿੱਥੋਂ ਰਿਹਾ। ਸਭ ਛਕੀ ਛਕਾਈ ਜਾਂਦੇ ਆ ਖੁੱਲਾ ਡੁੱਲਾ। ਧੰਨ ਧੰਨ ਸ੍ਰੀ ਗੁਰੂ ਉਚਾਰੀ, ਐਵੇਂ ਅਚਰਜ ਹੋਏ, ਸਭ ਦੀ ਮਤ ਹਾਰ ਹੰਬ ਗਈ ਹੈ ਮਹਾਰਾਜ ਦੀ ਮਹਿਮਾ ਦੇਖ ਕੇ। ਇਹੀ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਹੈ ਤੁਸੀਂ, ਧੰਨ ਹੈ ਤੁਹਾਡਾ ਐਸਾ ਮਹਾਨ ਲੰਗਰ।
ਪੀਰ ਪ੍ਰਭੂ ਕੇ ਭਈ ਚਫੇਰੇ। ਗੁਰੂ ਨਾਨਕ ਸਾਹਿਬ ਜੀ ਦੇ ਇਰਦ ਗਿਰਦ ਚਾਰ ਚਫੇਰੇ ਸਿੱਖ ਸੇਵਕਾਂ ਸੰਗਤ ਦੀ ਤੇ ਬੜੀ ਭੀੜ ਪਈ ਹੋਈ ਹੈ। ਬੰਦਹ ਜਾਨਹ ਭਾਗ ਵਡੇਰੇ। ਉਹ ਆਪਣੇ ਭਾਗ ਵੱਡੇ ਜਾਣਦੇ ਆ ਤੇ ਮੱਥਾ ਟੇਕਦੇ ਵੀ ਸਾਡੇ ਭਾਗ ਚੰਗੇ, ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਵੱਡੇ ਭਾਗ ਜਾਣਦੇ ਆ ਤੇ ਮੱਥੇ ਅੱਗੇ ਹੋ ਕੇ ਟੇਕਦੇ ਆ ਗੁਰੂ ਕੀ ਸਿੱਖ ਸੰਗਤ। ਜਨਮ ਹਮਾਰੋ ਸਫਲੋ ਹੋਵਾ। ਆਪੋ ਵਿੱਚ ਹੀ ਕਹਿੰਦੇ ਜੋ ਮਨੁੱਖ ਜਨਮ ਅਸਾਂ ਨੇ ਧਾਰਿਆ ਅੱਜ ਤੋਂ ਸਫਲ ਹੋ ਗਿਆ ਮਹਾਰਾਜ ਜੀ ਦੇ ਦਰਸ਼ਨ ਕਰਕੇ। ਜਗ ਗੁਰ ਕੋ ਇਸ ਛਿਨ ਮੁਖ ਜੋਵਾ। ਜੋ ਜਗਤ ਦੇ ਗੁਰੂ ਗੁਰੂ ਨਾਨਕ ਸਾਹਿਬ ਜੀ ਹੈ, ਇਸ ਸਮੇਂ ਉਹਨਾਂ ਦਾ ਮੁਖ ਜੋ ਦੇਖ ਲਿਆ ਹੈ, ਮੁਖ ਤੱਕ ਕੇ ਵੀ ਸਾਡਾ ਤੇ ਜਨਮ ਸਫਲਾ ਹੋ ਗਿਆ। ਅਸੀਂ ਨੇ ਸ਼ੁਕਰ ਕਰਦੇ ਹਾਂ ਵੀ ਜਨਮ ਧਾਰਿਆ ਚ ਸਫਲਾ ਹੋ ਗਿਆ। ਸਫਲ 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 ਭਈ ਯਾਤਰਾ। ਛਪੇ ਛੰਦ 84 ਜੇ ਸਿੱਧ ਨਾਥ ਨੌ ਜਤੀ। 9 ਦੇ ਵਿਸ਼ਰਾਮ ਦਾ 84 ਜੇ ਸਿੱਧ ਨਾਥ ਨੌ। ਜਿਹੜੇ ਗਿਣਤੀ ਵਿੱਚ 84 ਸਿੱਧ ਮੁਖ ਤੇ 9 ਨਾਥ ਹਨ। ਜਤੀ ਮਿਲੇ ਤਬ। ਜਿਹੜੇ ਜਤੀ ਹੈ ਸਾਰੇ ਤਦੋਂ ਵੀ ਆਣ ਮਿਲੇ ਐ। ਸੁਧ ਸੋਨ ਸ਼੍ਰੋਨਨ ਬਿਖਾ। ਐਵੇਂ ਜਿਹੜੀ ਸਤਿਗੁਰੂ ਮਹਾਰਾਜ ਜੀ ਦੇ ਜੋਤੀ ਜੋ ਸਮਾਉਂਦੀ ਖਬਰ ਆਪਣੇ ਕੰਨਾਂ ਵਿੱਚ ਸੁਣ ਕੇ ਸਭ ਨੇ ਸੰਗ ਗੋਰਖ ਲਾ ਕੇ ਸਭ। ਗੋਰਖਨਾਥ ਮਸ਼ਿੰਦ ਨਾਥ ਭੰਗਰ ਨਾਥ ਇਤਿਆਦਿਕ 9 ਨਾਥ 84 ਸਿੱਧ ਲੈ ਕੇ ਜਤੀ ਲੈ ਕੇ ਸਾਰੇ ਹੀ ਗਮਨ ਕੀਨ ਤਤਕਾਲ। ਬੜੀ ਛੇਤੀ ਨਾਲ ਹੀ ਚੱਲਣਾ ਕੀਤਾ ਉਹਨਾਂ ਨੇ ਆਪਣੇ ਆਪਣੇ ਥਾਵਾਂ ਤੋਂ। ਆਏਗੇ ਪੁਰ ਕਰਤਾਰਾ। ਜਿੱਥੇ ਸ੍ਰੀ ਕਰਤਾਰਪੁਰ ਸਾਹਿਬ ਪਰਮਾਤਮਾ ਗੁਰੂ ਨਾਨਕ ਸਾਹਿਬ ਜੀ ਚੋਜ ਕੌਤਕ ਕਰ ਰਹੇ ਇੱਥੇ ਆ ਗਏ। ਸਭ ਸਿੱਧ ਨਾਥ ਜਤੀ ਤਪੀ। ਦਰਸ਼ਨ ਕਰ ਹਰ ਖਾਏ। ਐਵੇਂ ਗੁਰੂ ਕਾ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਏ ਗੋਰਖਨਾਥ 84 ਸਿੱਧ ਸਾਰੇ। ਬਦਨ ਆਦੇਸ਼ ਉਚਾਰਾ। ਮੁਖੋਂ ਆਦੇਸ਼ ਉਚਾਰਨ ਕੀਤੀ। ਮਹਾਰਾਜ ਆਦੇਸ਼ ਆਪ ਜੀ ਨੂੰ ਆਦੇਸ਼ ਨਮਸਕਾਰ ਹੈ, ਨਮਸਕਾਰ ਹੈ ਗੁਰੂ ਨਾਨਕ ਸਾਹਿਬ ਜੀ। ਪ੍ਰਭ ਜਥਾ ਜੋਗ ਸਨਮਾਨ। ਮਹਾਰਾਜ ਇੱਧਰੋਂ ਸਭ ਦਾ ਹੀ ਜਿਹੜਾ ਨਾ ਪ੍ਰਭ ਜਥਾ ਜੋਗ ਸਨਮਾਨ ਕਰ। ਜਿਵੇਂ ਜਥਾ ਜੋਗ ਜਿਵੇਂ ਬਣਦਾ ਸਭ ਦਾ ਸਨਮਾਨ ਕਰਨਾ, ਉਹ ਪਦਵੀ ਵੇਖ ਕੇ ਅਹੁਦਾ ਵੇਖ ਕੇ ਸਭ ਦਾ ਇਸ ਤਰ੍ਹਾਂ ਸੋਹਣੇ ਢੰਗ ਨਾਲ ਸਨਮਾਨ ਸਤਿਕਾਰ ਕਰਕੇ। ਮ੍ਰਿਦੁਲ ਬਚਨ ਘਰ ਪਰਸ ਪਰ। ਜਿਹੜੇ ਮਿੱਠੇ ਕੋਮਲ ਪਿਆਰੇ ਬਚਨ ਆਪੋ ਵਿੱਚ ਹੀ ਕਰ ਕਰਾ ਰਹੇ ਆ। ਇੱਧਰੋਂ ਗੁਰੂ ਨਾਨਕ ਸਾਹਿਬ ਜੀ ਮਿੱਠੇ ਬਚਨ ਕਰਦੇ ਆ, ਉਧਰੋਂ ਸਿੱਧ ਨਾਥ 9 ਨਾਥ ਜਤੀ ਸਭ ਮਿੱਠੇ ਪਿਆਰੇ ਬਚਨ ਕਰਦੇ ਆਪੋ ਵਿੱਚ ਹੀ। ਪੁਨ ਤਟ ਡੇਰਾ ਐਰਾਵਤੀ। ਫਿਰ ਜਿਹੜਾ ਸਭ ਨੇ ਜਿਹੜਾ ਐਰਾਵਤੀ ਕਹੀਏ ਰਾਵੀ ਨਦੀ ਉਹਦੇ ਕਿਨਾਰੇ ਸਭ ਨੇ ਡੇਰਾ। ਕਰਿਓ ਹਿਰਦੇ ਆਨੰਦ ਭਰ। ਇਹਦੇ ਵਿੱਚ ਬਹੁਤ ਆਨੰਦ ਭਰ ਕੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਆਉਂਦੇ ਦਰਸ਼ਨ ਹੋ ਗਿਆ ਹੈ ਤੇ ਸਭ ਨੇ ਡੇਰਾ ਰਾਵੀ ਨਦੀ ਦੇ ਕਿਨਾਰੇ ਤੇ ਕਰ ਲਿਆ। ਸਿੱਧਨਾਥ ਗੋਰਖਨਾਥ ਜਤੀਆਂ ਨੇ। ਤਿਹ ਅਨਮੇਖ ਮੁਖ ਭਾਈ। ਉਸ ਵੇਲੇ ਕਹਿੰਦੇ ਹੈ ਜਿਹੜੇ ਗੁਰੂ ਕੇ ਸਿੱਖ ਹੈ ਉਹ ਮਹਾਰਾਜ ਦੇ ਮੁਖ ਨੂੰ ਇੱਕ ਟੱਕ ਬੰਨ ਕੇ ਵੇਖਦੇ। ਅਨਮੇਖ ਕਹੀਏ ਬਿਨਾਂ ਝਮਕੇ ਨੇਤਰਾਂ ਨੂੰ। ਆਰਨ ਤਾ ਜੋਤ ਪ੍ਰਕਾਸ਼ੀ। ਉਧਰ ਗੁਰੂ ਜੀ ਦੇ ਮੁਖੜੇ ਤੇ ਵੀ ਲਾਲੀ ਵਾਲੀ ਜੋਤ ਬੜੀ ਪ੍ਰਕਾਸ਼ ਰਹੀ ਹੈ। ਸਵਿਤਾ ਦਿਵਤ ਪ੍ਰਭਾਤ। ਜਿਸ ਤਰ੍ਹਾਂ ਕਹਿੰਦੇ ਪ੍ਰਭਾਤ ਦਾ ਸੂਰਜ ਸਵੇਰ ਦੇ ਸੂਰਜ ਵਿੱਚ ਲਾਲੀ ਹੁੰਦੀ ਤੇ ਲਾਲੀ ਨਾਲ ਬਹੁਤ ਪ੍ਰਕਾਸ਼ਦਾ ਹੈ। ਇਵੇਂ ਸਵੇਰ ਦੇ ਚੜ੍ਹੇ ਸੂਰਜ ਵਾਂਗ ਸਤਿਗੁਰੂ ਜੀ ਦੇ ਮੁਖ ਤੇ ਬਹੁਤ ਲਾਲੀ ਪ੍ਰਕਾਸ਼ ਰਹੀ ਹੈ। ਸਿੱਖ ਮੁਖ ਅਪਜ ਬਿਗਾਸੀ। ਸਿੱਖਾਂ ਦੇ ਜਿਹੜੇ ਮੁਖ ਹੈ ਉਹ ਕਮਲ ਵਾਂਗੂ ਖਿੜੇ ਹੋਏ ਹੈ। ਜਿਵੇਂ ਸੂਰਜ ਚੜ੍ਹੇ ਤੇ ਕਮਲ ਫੁੱਲ ਖਿੜਦਾ ਹੈ, ਸਿੱਖਾਂ ਦੇ ਮੁਖ ਕਮਲਾਂ ਦੀ ਨਿਆਈ ਹੈ। ਮਹਾਰਾਜ ਜੀ ਦੇ ਸਰੂਪ ਸੂਰਜ ਨੂੰ ਦੇਖ ਕੇ ਐ ਖਿੜੇ ਹੈ। ਚਾਖ ਚਕੋਰ ਚਿਤਵੰਤ ਚੰਦਰਮਾ। ਜਿਹੜੇ ਸਿੱਖਾਂ ਦੇ ਨੇਤਰ ਹੈ ਉਹ ਚਕੋਰ ਵਾਂਗੂ ਹੈ ਤੇ ਚਿਤਵੰਤ ਕਹੀਏ ਮਹਾਰਾਜ ਦੇ ਸਰੂਪ ਨੂੰ ਤੱਕਦੇ ਹੈ। ਚਾਰ ਬਦਨ ਸ਼ਬ
ਤੇ ਗੁਰੂ ਜੀ ਦੇ ਸੋਹਣੇ ਮੁਖ ਦੀ ਚੰਦਰਮਾ ਵਰਗੀ ਛਵੀ ਹੈ। ਇਸ ਛਵੀ ਨੂੰ ਤੱਕਦੇ ਗੁਰੂ ਕੇ ਸਿੱਖਾਂ ਦੇ ਨੇਤਰ ਚਕੋਰ ਵਾਂਗੂ ਦਰਸ਼ਨ ਕਰ ਸੁਖ ਪਾਏ। ਮਹਾਰਾਜ ਜੀ ਦਾ ਦਰਸ਼ਨ ਕਰਦੇ ਐ ਤੇ ਸੁਖ ਪਾ ਰਹੇ ਐ। ਰਹੇ ਬਿਸਮਾਏ ਹਿਰਦੇ ਸਭ। ਐਵੇਂ ਹਿਰਦੇ ਵਿੱਚ ਹੀ ਸਾਰੇ ਵਿਸਮਾਦ ਹੋ ਰਹੇ ਆ। ਦਰਸ਼ਨ ਕਰ ਸੁਖ ਪਾਏ ਰਹੇ। ਇਹ ਰਹੇ ਜਿਹੜਾ ਨਾ ਦਿਲੀ ਦੀਪਕ ਲੱਗ ਜਾਂਦਾ, ਵੀ ਇੱਧਰ ਵੀ ਲੱਗ ਜਾਂਦਾ ਤੇ ਉੱਧਰ ਵੀ ਲੱਗ ਜਾਂਦਾ। ਦਰਸ਼ਨ ਕਰ ਸੁਖ ਪਾਏ ਰਹੇ, ਦਰਸ਼ਨ ਕਰ ਰਹੇ ਹੈ ਤੇ ਸੁਖ ਪਾ ਰਹੇ ਹੈ। ਰਹੇ ਬਿਸਮਾਏ ਹਿਰਦੇ ਸਭ, ਸਾਰੇ ਹਿਰਦੇ ਵਿੱਚ ਚਰਜ ਹੋ ਰਹੇ ਹੈ। ਇਸ ਵਿਦ ਪ੍ਰਤਾਪ ਅਦਭੁਤ। ਇਸ ਤਰ੍ਹਾਂ ਜਿਹੜਾ ਪ੍ਰਤਾਪ ਮਹਾਰਾਜ ਦਾ ਅਦਭੁਤ ਹੀ ਹੋ ਗਿਆ ਹੈ। ਭਇਓ ਕਹਿ ਨਾ ਜਾਏ ਕਵ ਅਲਪ ਮਤ। ਇਸ ਵਿਦ ਪ੍ਰਤਾਪ ਅਦਭੁਤ ਭਇਓ। ਇਸ ਤਰ੍ਹਾਂ ਗੁਰੂ ਜੀ ਦਾ ਤੇਜ ਪ੍ਰਤਾਪ ਬੜਾ ਅਦਭੁਤ ਅਚਰਜੀ ਹੋਇਆ ਹੈ। ਕਹਿ ਨਾ ਜਾਏ ਕਵ ਅਲਪ ਮਤ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਮੇਰੇ ਕੋ ਕਿਹਾ ਨਹੀਂ ਜਾ ਸਕਦਾ ਮਹਾਰਾਜ ਦਾ ਐਸਾ ਤੇਜ ਪ੍ਰਤਾਪ। ਉਹ ਤੇ ਕਰੋੜਾਂ ਸੂਰਜ ਵੀ ਤੇ ਫਿੱਕੇ ਪੈ ਜਾਂਦੇ। ਮੇਰੀ ਕਵੀ ਦੀ ਬੁੱਧੀ ਬੜੀ ਅਲਪ ਥੋੜੀ ਹੈ, ਤੁਸ਼ ਬੁੱਧੀ ਹੈ ਮੱਛਰ ਦੀ ਨਿਆਈ। ਸਭ ਇਹ ਪਤ ਗਣਪਤ ਸਾਰਦਾ। ਸਾਰੇ ਇਹ ਪਤ ਕਹੀਏ ਜੋ ਸੱਪਾਂ ਦੇ ਪਤੀ ਮਾਲਕ ਹੈ। ਸ਼ੇਸ਼ ਨਾਗ ਮੁੱਖ ਹੈ, ਤਸ਼ਕ ਵਾਸਕ 8 ਨਾਗ ਹੈ। 8 ਨਾਗ ਦੀਆਂ ਕਿਸਮਾਂ ਜਿਹੜੇ ਸਾਰੇ ਨਾਗਾਂ ਦੇ ਪਤੀ ਮਾਲਕ ਹੈ। ਇਵੇਂ ਸਭ ਇਹ ਪਤ ਕਹੀਏ ਸਾਰੇ ਜਿਹੜੇ ਹੈ ਸ਼ੇਸ਼ ਨਾਗ। ਇਸੇ ਤਰ੍ਹਾਂ ਗਣਪਤ ਜੋ ਗਣਾਂ ਦਾ ਪਤੀ ਗਣੇਸ਼ ਹੈ ਜਾਂ ਗਣਾਂ ਦਾ ਪਤੀ ਸ਼ਿਵ ਜੀ ਹੈ। ਤੇ ਸਾਰਦਾ ਸਰਸਵਤੀ ਬ੍ਰਹਮਾ ਦੀ ਸੁਪਤਨੀ। ਲੱਖ ਨਾ ਸਕਹਿ ਜਿਹ ਅਲਖ ਗਤ। ਅੱਜ ਵੀ ਆਏ ਹੋਏ ਹੈ ਜਿਸ ਗੁਰੂ ਨਾਨਕ ਸਾਹਿਬ ਜੀ ਦੀ ਗਤ ਅਵਸਥਾ ਨੂੰ ਜਾਣ ਨਹੀਂ ਸਕਦੇ। ਜੋ ਲਖਣੇ ਤੋਂ ਰਹਿਤ ਮਹਾਰਾਜ ਤੇ ਇਹ ਵੀ ਨਹੀਂ ਜਾਣ ਸਕਦੇ। ਗਣਪਤੀ ਗਣੇਸ਼ ਤੇ ਇਹ ਪਤ ਜੋ ਸ਼ੇਸ਼ਨਾਗ ਹੈ ਤੇ ਸਾਰਦਾ, ਇਹ ਵੀ ਜੇ ਆਪਣੇ ਰੂਪ ਵਿੱਚ ਕਹਿਣਾ ਚਾਹਣ ਭਾਵ ਜਦੋਂ ਕੋਈ ਕਵਿਤਾ ਕੀਤੀ ਲਿਖੀ ਜਾਂਦੀ ਹੈ ਤੇ ਇਹਨਾਂ ਤਿੰਨਾਂ ਦੇ ਮੰਗਲ ਜਿਹੜੇ ਹੈ ਪਹਿਲਾਂ ਕੀਤੇ ਜਾਂਦੇ ਹਨ। ਇਹਨਾਂ ਨੂੰ ਕਵਿਤਾ ਦੀ ਸ਼ਕਤੀ ਮੰਨਿਆ ਗਿਆ ਹੈ। ਤਿੰਨਾਂ ਨੂੰ, ਸ਼ੇਸ਼ਨਾਗ ਨੂੰ, ਇਸੇ ਤਰ੍ਹਾਂ ਗਣੇਸ਼ ਨੂੰ ਤੇ ਸਾਰਦਾ ਨੂੰ ਇਹਦਾ ਮੰਗਲ ਕੀਤਾ ਜਾਂਦਾ। ਕਵੀ ਸਾਹਿਬ ਜੀ ਕਹਿੰਦੇ ਇਹ ਵੀ ਨਹੀਂ ਜਾਣ ਸਕਦੇ ਕਿਉਂਕਿ ਜੋ ਗੁਰੂ ਨਾਨਕ ਸਾਹਿਬ ਜੀ ਲਖਣੇ ਤੋਂ ਰਹਿਤ ਹਨ ਉਹਨਾਂ ਦੀ ਐਸੀ ਗਤ ਰੀਤੀ ਮਰਿਆਦਾ ਮਿੱਤ। ਨੌਮੀ ਕੇ ਦਿਨ ਅਮਰ ਭਰੇ। ਆਠ 8ਵੀਂ ਥਿਤ ਇਵੇਂ ਬੀਤ ਗਈ ਹੈ। ਨੌਵੀਂ ਅੱਸੂਬਦੀ 9ਵੀਂ ਦੇ ਥਿਤ ਦੇ ਦਿਨ ਜਿਹੜੇ ਸਾਰੇ ਦੇਵਤੇ ਉਹਨਾਂ ਨੇ ਸਰੀਰ ਧਾਰੇ ਹੈ। ਮਾਨਖ ਤਨ ਆਏ। ਮਨੁੱਖਾਂ ਵਾਲੇ ਸਰੀਰ ਉਹਨਾਂ ਨੇ ਧਾਰ ਲਏ। ਸਾਰੇ 33 ਕਰੋੜ ਦੇਵਤਿਆਂ ਨੇ। ਇੰਦਰ ਦੇਵਤਾ ਸਵਰਗਪੁਰੀ ਦਾ ਰਾਜਾ। ਇਸੇ ਤਰ੍ਹਾਂ ਚੰਦਰਮਾ ਦਿਨ ਇੰਦ ਜੋ ਦਿਨ ਦਾ ਇੰਦ ਕੀ ਹੈ ਉਹ ਹੈ ਸੂਰਜ। ਪੌਣ ਅਲਕਿੰਦਰ ਸਹਾਏ। ਪੌਣ ਦੇਵਤਾ ਅਲਕਾਪੁਰੀ ਦਾ ਦੇਵਤਾ ਉਹ ਹੈ ਕੁਬੇਰ ਜੋ ਸੋਭਨੀਕ ਸਾਰੇ ਹੀ। ਬ੍ਰਹਸਪਤ ਜਲਪਤ ਜਯੰਤ ਅਪਰ। ਬ੍ਰਹਸਪਤ ਦੇਵਤਾ ਜਲਪਤ ਜੋ 999 ਨਦੀਆਂ ਦਾ ਪਤੀ ਹੈ। ਖਵਾਜਾ ਜਿਹਨੂੰ ਮੁਸਲਮਾਨ ਕਹਿੰਦੇ ਖਵਾਜਾ ਪੀਰ ਕਹਿ ਲੈਂਦੇ ਆ। ਤੇ ਹਿੰਦੂ ਮਤ ਵਿੱਚ ਵਰਣ ਦੇਵਤਾ ਇਹ ਵੀ ਜਯੰਤ ਜੋ ਇੰਦਰ ਦੇਵਤਾ ਦਾ ਪੁੱਤਰ ਉਪਿੰਦਰ ਹੈ। ਉਪਿੰਦਰ ਜਿਹਦੇ ਨਾਮ ਜਯੰਤ ਹੈ। ਇਹ ਸਾਰੇ ਹੀ ਇਤਿਆਦਿਕ ਸਭ ਹੀ। ਇਤਿਆਦਿਕ ਸਾਰੇ ਜਿਹੜੇ ਹੈ ਉਹ 33 ਕਰੋੜੀ ਦੇਵਤੇ ਆਏ ਹੋਏ। 33 ਕੋਟ ਸਮੂਹ ਆਨ। 33 ਕਰੋੜ ਦੇਵਤੇ ਸਾਰੇ ਦੇ ਸਾਰੇ ਆਣ ਕੇ ਪਹੁੰਚਤ ਭੇ ਤਬ ਹੀ। ਤਦੋਂ ਉਹ ਵੀ ਸਾਰੇ ਪਹੁੰਚ ਗਏ 33 ਕਰੋੜ ਦੇਵਤੇ ਵੀ। ਪੁਨ ਚਤੁਰ ਭੇਦ ਨਿਜ ਰੂਪ। ਪੁਨ ਚਤੁਰ ਭੇਦ ਨਿਜ ਰੂਪ ਧਰ। ਫਿਰ ਜਿਹੜੇ 4 ਵੇਦ ਉਹ ਵੀ ਆਪਣਾ ਮਨੁੱਖ ਸਰੀਰ ਧਾਰ ਕੇ ਪ੍ਰਗਟ ਭਏ ਕਰਤਾਰਪੁਰ। ਸ੍ਰੀ ਕਰਤਾਰਪੁਰ ਸਾਹਿਬ ਆਣ ਪ੍ਰਗਟ ਹੋਏ। 4 ਵੇਦ ਸਾਮ ਰਿਗ ਜਜਰ ਅਥਰਵਨ। ਮਿਲ ਅਨੇਕ ਭਾਂਤ ਉਸਤਤ ਭਨ ਹੈ। 4 ਵੇਦ ਆਪੋ ਵਿੱਚ ਮਿਲ ਕੇ ਅਨੇਕਾਂ ਤਰ੍ਹਾਂ ਦੀ ਮਹਾਰਾਜ ਦੀ ਉਸਤਤ ਕਹਿਣ ਲੱਗੇ। ਅਤ ਉਤਸਵ ਕਰ ਹਰਖ ਔਰ। ਹਿਰਦੇ ਵਿੱਚ ਬਹੁਤ ਖੁਸ਼ੀ ਧਾਰ ਕੇ ਤੇ ਬਹੁਤ ਆਨੰਦ ਧਾਰ ਕੇ
4 ਵੇਦ 33 ਕਰੋੜ ਦੇਵਤੇ ਸਿੱਧਨਾਥ ਸਿੱਧਨਾਥ ਜਤੀ ਸਾਰੇ ਜਿੰਨੇ ਵੀ ਆਏ ਹੈ ਜੋ ਉਪਰੋਕਤ ਗਣਾਏ ਹੈ ਪਰ ਕੋਈ ਨਹੀਂ ਰਹਿ ਗਿਆ ਹੈ। ਅਤੇ ਸਭ ਆਣ ਕੇ ਮਹਾਰਾਜ ਜੀ ਦੀ ਉਸਤਤ ਕਰਨ ਲੱਗੇ। ਜੋ ਗੁਰੂ ਸਤੋਤਰ ਜੀ ਦਾ ਨਾਮ ਹੈ ਉਹ ਗੁਰੂ ਸਤੋਤਰ ਥੋੜ੍ਹਾ ਉਹ ਜਿਹੜਾ ਹੈ ਕਥਾ ਕਰਨ ਵਿੱਚ ਵੀ ਕਠਿਨ ਹੈ, ਜਿਵੇਂ ਸਤੋਤਰ ਵੀ ਕਾਫੀ ਲੰਬਾ ਹੈ। ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਉਹ ਸਰਵਣ ਕਰਾਂਗੇ। ਹੁਣ ਇੱਥੇ ਜਿਹੜੀ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ। ਪੁਨ ਚਤੁਰ ਦੇਸ ਨਿਜ ਰੂਪ ਧਰ ਪ੍ਰਗਟ ਪਾਏ ਕਰਤਾਰਪੁਰ ਮਿਲ ਅਨੇਕ ਭਾਂਤ ਉਸਤਤ ਭਨ ਹੈ ਅਤ ਉਤਸਵ ਕਰ ਹਰਖ ਔਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।